हालेलुया। और जोर से हालेलुया। बोलो प्रभु यीशु के नाम की। सारे ਨੂੰ ਜੈ ਮਸੀਹ ਦੀ। खुदा दी पाक हजूरी ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਦੇ ਪਾਕ ਵਚਨ ਨੂੰ ਆਪਨੇ ਧਿਆਨ ਦੇ ਨਾਲ ਸੁਣਨਾ ਹੈ। ਇਹਦਾ ਕਲਾਮ ਤੁਹਾਡੇ ਜੀਵਨਾਂ 'ਚ 100 ਗੁਣਾ ਫਲ ਲੈ ਕੇ ਆਏਗਾ ਅਗਰ ਤੁਸੀਂ ਤਿਆਰ ਜੇ ਪੂਰੀ ਤਰ੍ਹਾਂ ਇਹਨੂੰ ਸੁਣਨ ਦੇ ਲਈ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਹੈ ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਦੇ ਲਈ ਨਿਕਲਿਆ। ਜਦੋਂ ਉਹਨੇ ਬੀਜ ਦਾ ਛੱਟਾ ਦਿੱਤਾ ਤਾਂ ਲਿਖਿਆ ਕੁਝ ਬੀਜ ਜਿਹੜਾ ਸੀ ਪਏ ਵਾਲੀ ਜ਼ਮੀਨ ਤੇ ਗਿਰਿਆ, ਕੁਝ ਪਥਰੀਲੀ 'ਚ, ਕੁਝ ਕੰਡਿਆਲਿਆਂ 'ਚ ਤੇ ਕੁਝ ਅੱਛੀ ਜ਼ਮੀਨ 'ਚ ਗਿਰਿਆ। ਤਾਂ ਫਲ ਕਿਹੜਾ ਲੈ ਕੇ ਆਇਆ? ਜਿਹੜਾ ਅੱਛੀ ਜ਼ਮੀਨ 'ਚ, ਤਿਆਰ ਕੀਤੀ ਹੋਈ ਜ਼ਮੀਨ 'ਚ। ਤਾਂ ਆਪਣੀਆਂ ਜ਼ਿੰਦਗੀਆਂ ਨੂੰ ਤਿਆਰ ਕਰਨਾ ਹੈ ਖੁਦਾ ਦੇ ਵਚਨ ਨੂੰ ਸੁਣਨ ਦੇ ਲਈ। ਮਰਕਸ ਦੀ ਅੰਜੀਲ ਸਾਰੇ ਨਿਕਾਲੀਏ ਜਲਦੀ ਜਲਦੀ। ਅੱਜ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਸਿੱਖਣਾ ਹੈ ਪ੍ਰਾਰਥਨਾ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਹੈ। ਪ੍ਰਾਰਥਨਾ ਕਰਨੀ ਕਿਉਂ ਜ਼ਰੂਰੀ ਹੈ? ਸਭ ਤੋਂ ਪਹਿਲੀ ਗੱਲ, ਪ੍ਰਭੂ ਯਿਸੂ ਮਸੀਹ ਖੁਦ ਪ੍ਰਾਰਥਨਾ ਕਰਦਾ ਸੀ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਖੁਦ ਆਪ ਦੁਆ ਕਰਦਾ ਸੀ। ਤੋ ਜੇ ਉਹ ਦੁਆ ਕਰਦਾ ਸੀ, ਜੇ ਉਹ ਆਪ ਦੁਆ ਕਰਦਾ ਸੀ ਤਾਂ ਫਿਰ ਸੋਚੋ ਸਾਨੂੰ ਕਿੰਨੀ ਜ਼ਿਆਦਾ ਦੁਆ ਦੀ ਲੋੜ ਹੈ। ਬੋਲੋ ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਆਪ ਵੀ ਦੁਆ ਕਰਦਾ ਸੀ। ਮਰਕਸ ਦੀ ਅੰਜੀਲ ਉਹਦਾ 14 ਅਧਿਆਏ ਉਹਦੀ 38 ਐਤ। ਜਾਗਦੇ ਰਹੋ, ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਾਓ। ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ। ਹਾਲੇਲੂਇਆ। ਆਤਮਾ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ। ਕਾਹਦੇ ਲਈ? ਪ੍ਰਾਰਥਨਾ ਕਰਨ ਦੇ ਲਈ। ਆਤਮਾ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ਪ੍ਰਾਰਥਨਾ ਕਰਨ ਦੇ ਲਈ। ਤੋ ਅਸੀਂ ਸਰੀਰ ਦੇ ਅਨੁਸਾਰ ਨਹੀਂ ਚੱਲਣਾ। 32 ਐਤ ਤੋਂ ਪੜਾਂਗੇ। ਫਿਰ ਉਹ ਗਤਸਮਣੀ ਨਾਮੇ ਇੱਕ ਥਾਂ ਆਏ ਅਤੇ ਉਸਨੇ ਆਪਣੇ ਚੇਲਿਆਂ ਨੂੰ ਕਿਹਾ, ਜਦ ਤੀਕਰ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਇੱਥੇ ਬੈਠੋ। ਉਸਨੇ ਪਤਰਸ ਅਤੇ ਯਕੂਬ ਅਤੇ ਯਹੂਨਾ ਨੂੰ ਆਪਣੇ ਨਾਲ ਲਿਆ ਅਤੇ ਹੈਰਾਨ, ਪਰੇਸ਼ਾਨ ਔਰ ਬਹੁਤ ਦਿਲਗੀਰ ਹੋਣ ਲੱਗਾ। ਉਸਨੇ ਉਹਨਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੀਕ। ਤੁਸੀਂ ਇੱਥੇ ਠਹਿਰੋ ਔਰ ਜਾਗਦੇ ਰਹੋ। ਅਤੇ ਉਹ ਥੋੜਾ ਅੱਗੇ ਵੱਧ ਕੇ ਭੁੰਜੇ ਡਿੱਗ ਪਿਆ ਔਰ ਪ੍ਰਾਰਥਨਾ ਕੀਤੀ ਕਿ ਜੇ ਹੋ ਸਕੇ ਤੇ ਇਹ ਘੜੀ ਮੇਥੋਂ ਟਲ ਜਾਏ। ਅਤੇ ਉਹਨ ਆਖਿਆ, ਅੱਬਾ ਹੇ ਪਿਤਾ, ਤਿੱਥਾ ਸਭ ਕੁਝ ਹੋ ਸਕਦਾ ਹੈ। ਇਹ ਪਿਆਲਾ ਮੇਰੇ ਕੋਲ ਹਟਾ ਦੇ, ਤਾਂ ਵੀ ਉਹ ਨਾ ਹੋਵੇ ਜਿਹੜਾ ਮੈਂ ਚਾਹੁੰਦਾ ਹਾਂ ਪਰ ਉਹ ਜਿਹੜਾ ਤੂੰ ਚਾਹੁੰਦਾ ਹੈ। ਹਾਲੇਲੂਇਆ। ਫਿਰ ਉਹਨੇ ਆਣ ਕੇ ਉਹਨਾਂ ਨੂੰ ਸੁੱਤੇ ਹੋਏ ਵੇਖਿਆ ਤੇ ਪਤਰਸ ਨੂੰ ਆਖਿਆ, ਹੇ ਸ਼ਮਾਉਨ, ਤੂੰ ਸੌਂਦਾ ਆ? ਇਸ ਆਇਤ ਨੂੰ ਅੰਡਰਲਾਈਨ ਕਰ ਲਓ। 37 ਆਇਤ। ਹੇ ਸ਼ਮਾਉਨ, ਤੂੰ ਸੌਂਦਾ ਆ? ਸ਼ਮਾਉਨ ਦਾ ਨਾਮ ਬਦਲ ਕੇ ਪ੍ਰਭੂ ਯਿਸੂ ਮਸੀਹ ਨੇ ਕੀ ਰੱਖਿਆ ਸੀ? ਪਤਰਸ। ਜਦੋਂ ਤੁਸੀਂ ਦੁਆ ਨਹੀਂ ਕਰੋਗੇ, ਜਦੋਂ ਤੁਹਾਡਾ ਪ੍ਰਾਰਥਨਾ ਵਾਲਾ ਜੀਵਨ ਮਰਨ ਲੱਗੇਗਾ, ਤਾਂ ਜਿੱਥੋਂ ਤੁਸੀਂ ਸਟਾਰਟਿੰਗ ਕੀਤੀ ਤੁਹਾਨੂੰ ਵਾਪਸ ਫਿਰ ਉੱਥੇ ਜਾਣਾ ਪਏਗਾ। ਯਿਸੂ ਮਸੀਹ ਨੇ ਜੋ ਨਾਮ ਪ੍ਰਭੂ ਨੇ ਇਹਨੂੰ ਦਿੱਤਾ ਸੀ ਪਤਰਸ, ਪ੍ਰਭੂ ਨੇ ਪਤਰਸ ਕਹਿ ਕੇ ਨਹੀਂ ਉਹਨੂੰ ਪੁਕਾਰਿਆ। ਪ੍ਰਭੂ ਨੇ ਉਹਨੂੰ ਕਿਹਾ, ਹੇ ਸ਼ਮਾਉਨ। ਜਿਹੜੇ ਲੋਕ ਦੁਆ ਨਹੀਂ ਨਾ ਕਰਦੇ, ਉਹਨਾਂ ਨੂੰ ਜਿੱਦਣ ਵੀ ਕਿਸੇ ਦਿਨ ਨਵੇਂ ਪਾਸਟਰ ਦਾ ਪਤਾ ਲੱਗ ਜੇ ਨਾ, ਉਧਰ ਨੂੰ ਤੁਰ ਪੈਂਦੇ। ਹਾਲੇਲੂਇਆ। ਉੱਥੇ ਜੀ ਪਾਸਟਰ ਬਾਬ ਦੇ ਬੜੇ ਚਮਤਕਾਰ ਹੁੰਦੇ। ਸਾਡੇ ਇੰਡੀਆ 'ਚ ਇੱਕ ਕਹਾਵਤ ਹੈ, ਚਮਤਕਾਰ ਕੋ ਨਮਸਕਾਰ। ਜਿੱਦਣ ਚਮਤਕਾਰ ਹਟ ਜਾਂਦੇ ਉਦਣ ਨਮਸਕਾਰ ਵੀ ਹਟ ਜਾਂਦਾ। ਸਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਹਿੱਸਾ ਹੈ ਪ੍ਰਾਰਥਨਾ, ਔਰ ਇਹ ਕਰਨਾ ਬਹੁਤ ਜ਼ਰੂਰੀ ਹੈ। ਹਾਲੇਲੂਇਆ। ਪ੍ਰਾਰਥਨਾ, ਬਾਈਬਲ ਨੂੰ ਪੜ੍ਹਨਾ ਔਰ ਰੋਜ਼ਾ ਰੱਖਣਾ।
ये चीज़ां साडे जीवन का अहम हिस्सा ने। प्रार्थना करना, कलाम नूं पढ़ना और रोजा रखना। अगर ये तीन चीज़ां तुहाडी जिंदगी का हिस्सा नहीं आ तो तुसी गलत क्रिश्चन हो, रॉन्ग क्रिश्चन हो। गूगल ते जाके सर्च करियो, लिखियो रॉन्ग क्रॉस, तुहाडे अगे फोटोआं आउणगीआं पुट्ठी सलीव दी, टेढ़ी सलीव दी। पर जे तुसीं कल्ला क्रॉस लिखोगे तो सीधी आएगी तुहाडे अगे। हालेलुया। मसीह विरोधी लोगों ने चर्च बनाया, उन्होंने चर्च दे विच पुट्ठियां सलीबां लाइयां ने। आपने अपना जीवन प्रभु यसु मसीह नूं दे दिता, यसु मसीह दे नाल नाल भी रहिंदे जे और दवा दे वेले सौंदे जे। और प्रभु आगे कहंदा, शमौन तू सौंदा आ कि तेथों एक घड़ी भी जागना होया? प्रभु ने उन्होंने कहा, जागदा रहो और की कर, प्रार्थना कर जो तुसी परतावे च ना पाओ। आत्मा तो तैयार है पर शरीर कमजोर है। अगर अजे तक तुसी दवा च सौंदे जे ते तुसी शरीरक जे। बाइबल दे विच किते टाइमिंग नहीं लिखी कि तुसी 10 मिनट दुआ करनी आ जां तुसी 10 घंटे प्रार्थना करनी आ। प्रार्थना करो हर रोज और इनू हौली हौली वधाओ। हालेलुया। इनू अपनी एक आदत बनाओ और प्रार्थना दे विच समा गुजारो। 10 मिनट, 15 मिनट, अद्धा घंटा, घंटा, 2 घंटे, आदत बनाओ इदा अपनी। यूनाह नबी नूं खुदा ने भेजा निनवा शहर दे विच और वो जाके प्रचार करदा आ भई 40 दिनों के बाद निनवा ढा दी जाएगी। लोगों ने प्रचार सुनिया और वह प्रचार जो बादशाह के कन्नी भी पिया तो बादशाह ने एक हुक्म जारी कर दिता, सारे शहर च डोंडी पटवाती कि सारे लोग रोजा रखन, दुआ करन, डंगरां दा बच्चियां दा भी खाना पीना बंद कर दिता जाए और सारे रल के परमेश्वर के अगे दुहाई देन और आपो अपने भैड़े कामां तो मुड़न। हाँ जी, खुदा ने किया उन्होंने माफ। हेलो, खुदा ने किया माफ। खुदा ने उन्होंने माफ भी किया और उन्होंने नाश भी नहीं किया। अगर सानू पता है कि साडी लाइफ डिस्टर्ब है, साडी हस्बैंड वाइफ की लाइफ डिस्टर्ब है, साडे बच्चों की लाइफ डिस्टर्ब है और असी फिर भी किसी वाल वेख रहे हैं, तुसीं मैनूं दसो अगर तुसीं कोठी पाउणी होवे तो तुसीं किसे वाल वेंदे जे? तुसीं जिथों मर्जी आंडे सलांडे करो, तुसीं पैसा पैदा करदे जे, मटीरियल पैदा करदे जे। मुंडा बाहरले मुल्क घल्लना, भावें घर गहने रखना पवे, यतन करते हैं। और जद पता वा, सानू पता वा प्रार्थना करने के द्वारा लाइफ सैट हो सकती है। मैं देखिया अपने, मेरा मेरा तजर्बा आया बड़ी यारी, जिदन मेरी प्रार्थना 10 मिनट भी वध जाती है ना, जिस दिन 10 मिनट भी मेरी प्रार्थना वधदी है तो कुछ नवा हुंदा मेरी जिंदगी च। बोलो हालेलुया। हाथ उठा के बोलो हालेलुया। 10 मिनट नहीं, मैं कहूँगा जिदन 5 मिनट भी मैं वध दुआ करदा उस दिन कुछ वखरा खुदा मेरी लाइफ दे विच करदा। कोई नवी ब्लैसिंग दिंदा खुदा, कुछ नवा सिखाउंदा खुदा, कुछ नवा करदा खुदा। तुसीं मैनूं दसो की परमेश्वर झूठ बोलदा है? बोलो बोलो। उन्हें तो कहा राह सच ते जिंदगी मैं हाँ। तो अगर वो कहता है मंगो ते तुहानू दिता, और सानू पता आ ये आयत 99% ईसाइयां नूं याद वा के मंगो ते तुहानू दिता, पर फिर भी वो टाइम नहीं कढ़दे कि वो मंगण। तुसीं किसी को 50,000 रुपया व्याजी लैण जाना होवे ते तुसीं टाइम कढ़दे जे, टाइम कढ़ के अगले दे कोल पहुंचदे जे, वो कहंदा 10 मिनट बैठ, तुसीं 20 मिनट भी बहिंदे जे, अद्धा घंटा भी बहिंदे जे, तुहानू घंटा बहना पवे तां भी बहिंदे जे। और परमेश्वर नूं बड़ी छेती सवाल करदे, परमेश्वर पास्टर ने तो क्या 10 मिनट ही दुआ कर ली,
ਤੇ ਮੈਨੂੰ ਤਾਂ ਹੁਣ 20 ਮਿੰਟ ਹੋ ਗਿਆ, ਹੋਣ ਤੇ ਕੁਝ ਨਹੀਂ ਡਿਆ। ਕਿਸੇ ਨੇ ਸਾਨੂੰ ਹੌਸਲਾ ਦੇਤਾ, ਯਾਰ ਕੱਲ ਤੈਨੂੰ 50,000 ਰੁਪਇਆ ਮਿਲ ਜੂ, ਕੱਲ ਤੁਸੀਂ ਫੋਨ ਕਰਦੇ, ਨਹੀਂ ਹੁਣ ਪਰਸੋਂ ਮਿਲ ਜੂ, ਪਰਸੋਂ ਤੁਸੀਂ ਫੇਰ ਫੋਨ ਕਰਦੇ, ਯਾਰ ਹਫਤਾ ਇੱਕ ਰੁਕ ਜਾ, ਹਫਤੇ ਬਾਅਦ ਫੇਰ ਪੁੱਛਦੇ ਜੀ, ਔਰ ਪਰਮੇਸ਼ਰ ਅੱਗੇ ਇੱਕੋ ਵਾਰੀ ਦੁਆ ਕਰਕੇ ਹਟ ਜਾਂਦੇ, ਨਹੀਂ ਇਹ ਨਹੀਂ ਗੱਲ ਬਣਨੀ। ਯਿਸੂ ਮਸੀਹ ਕਹਿੰਦਾ ਤੁਹਾਡਾ ਪੁੱਤਰ ਜਦੋਂ ਤੁਹਾਡੇ ਕੋਲੋਂ ਪੱਥਰ ਮੰਗਦਾ ਤੁਸੀਂ ਰੋਟੀ ਦੇ ਦਿੰਦੇ ਜੀ। ਮੰਗਦਾ ਨਿਆਣਾ ਪੱਥਰ? ਨਹੀਂ, ਉਹ ਰੋਟੀ ਮੰਗਦਾ, ਆਪਾਂ ਪੱਥਰ ਦੇ ਦਿੰਦੇ। ਯਿਸੂ ਮਸੀਹ ਕਹਿੰਦਾ ਤੁਹਾਡਾ ਪੁੱਤਰ ਤੁਹਾਡੇ ਤੋਂ ਰੋਟੀ ਮੰਗੇ ਤੇ ਕੀ ਦਿੰਦੇ ਜੇ? ਰੋਟੀ ਹੀ ਦਿੰਦੇ ਜੇ। ਸਾਡਾ ਬੱਚਾ ਸਾਡੇ ਤੋਂ ਊਟ ਪਟਾਂਗ ਜੇ ਉਹ ਪੱਥਰ ਮੰਗੇ, ਤੂੰ ਪੱਥਰ ਕੀ ਕਰਨਾ? ਕਈ ਵਾਰੀ ਬੱਚਾ ਮੰਗਦਾ ਉਹ ਬਲਬ ਜਗਣ ਦਿਆ, ਟਿਮਕਣੇ ਜੇ ਬੜੇ ਵਧੀਆ ਜਗਦੇ ਬੁਝਦੇ ਆ, ਉਹ ਮੰਗਦਾ ਤੁਸੀਂ ਉਹਨੂੰ ਲਾ ਕੇ ਫੜਾਉਂਦੇ ਜੇ। ਡੈਡੀ ਸਾਡੇ ਸਾਨੂੰ ਦੱਸਦੇ, ਸਾਡੇ ਘਰ ਇੱਕ ਨਿੱਕਾ ਜਿਹਾ ਲਾਲ ਰੰਗ ਦਾ ਬਲਬ ਲੱਗਾ ਹੁੰਦਾ ਹੈ, ਕਹਿੰਦੇ ਜਦੋਂ ਤੂੰ ਕੁੱਛੜ ਹੁੰਦਾ ਸੀ ਤੇ ਬਲਬ ਮੰਗਣਾ ਤੇ ਬਲਬ ਲਾ ਕੇ ਤੈਨੂੰ ਦੇਣਾ ਤੇ ਉਹ ਬੁੱਝ ਜਾਣਾ ਤੇ ਤੂੰ ਮੁੜ ਕੇ ਕਹਿਣਾ ਮੈਂ ਲੈਣਾ, ਤੇ ਜਦੋਂ ਫੇਰ ਉੱਥੇ ਲੱਗ ਜਾਣਾ ਤੇ ਫੇਰ ਜਦੋਂ ਜਗਣਾ ਤੂੰ ਫੇਰ ਮੰਗਣਾ। ਕੁਝ ਚੀਜ਼ਾਂ ਵਾ ਜਿਹੜੀਆਂ ਸਾਨੂੰ ਦਿਖਦੀਆਂ ਬੜੀਆਂ ਖੂਬਸੂਰਤ ਹੈ, ਪਰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਜਦੋਂ ਤੁਹਾਡੇ ਕੋਲ ਆਉਣਗੀਆਂ ਤੇ ਉਹ ਬੁੱਝ ਜਾਣਗੀਆਂ। ਇਸ ਲਈ ਮੰਗਣ ਲੱਗਿਆਂ ਵੀ ਸੋਚਣਾ। ਰੋਟੀ ਮੰਗਦਾ ਪੁੱਤਰ ਤੇ ਪਿਓ ਕੀ ਦਿੰਦਾ? ਰੋਟੀ ਦਿੰਦਾ, ਸਗੋਂ ਵੱਧ ਕੇ ਕਈ ਵਾਰੀ ਪਰੌਂਠਾ ਦਿੰਦਾ ਹੈ। ਮੰਮਾ ਭੁੱਖ ਲੱਗੀ ਰੋਟੀ ਦੇ। ਰੋਟੀ ਕਿਉਂ ਹੈ ਪੁੱਤ? ਮੈਂ ਤੇ ਲੈ ਆਲੂ ਵਾਲੇ ਪਰੌਂਠੇ ਬਣਾਉਣ ਡਈ ਆ। ਦਿਨ ਵਿੱਚ 3600 ਗਾਲ ਕੱਢਣ ਵਾਲੀ ਮਾਂ ਵੀ ਆਪਣੇ ਬੱਚੇ ਨੂੰ ਰੋਟੀ ਦੀ ਜਗ੍ਹਾ ਪਰੌਂਠਾ ਦਿੰਦੀ ਆ। ਤੇ ਸਵਰਗ ਵਿੱਚ ਬੈਠਾ ਪਰਮੇਸ਼ਰ ਜਦੋਂ ਅਸੀਂ ਉਹਦੇ ਅੱਗੇ ਪ੍ਰਾਰਥਨਾ ਕਰਾਂਗੇ ਕੀ ਦੇਗਾ ਸਾਨੂੰ? ਹਾਲੇਲੂਇਆ, ਅੱਛੀਆਂ ਚੀਜ਼ਾਂ ਦੇਗਾ। ਔਰ ਸਭ ਤੋਂ ਅੱਛੀ ਚੀਜ਼ ਹੈ ਪਾਕ ਰੂਹ। ਬੋਲੋ ਹਾਲੇਲੂਇਆ। ਪਵਿੱਤਰ ਆਤਮਾ ਦੇਗਾ। ਸੁਣੋ 39 ਚ ਲਿਖਿਆ, ਉਹ ਫੇਰ ਗਿਆ, ਉਹ ਗੱਲ ਕਹਿ ਕੇ ਪ੍ਰਾਰਥਨਾ ਕੀਤੀ ਅਤੇ ਫੇਰ ਆਣ ਕੇ ਉਸਨੇ ਉਹਨਾਂ ਨੂੰ ਸੁੱਤੇ ਹੋਏ ਵੇਖਿਆ, ਕਿਉਂ ਜੋ ਉਹਨਾਂ ਦੀਆਂ ਅੱਖਾਂ ਨੀਂਦਰ ਨਾਲ ਭਾਰੀਆਂ ਹੋਈਆਂ ਸਨ। ਹਾਲੇਲੂਇਆ, ਜ਼ੋਰ ਵਾਲਾ ਬੋਲੋ ਹਾਲੇਲੂਇਆ। ਹੋ ਸਕਦਾ ਤੁਹਾਨੂੰ ਵੀ ਯਿਸੂ ਮਸੀਹ ਆ ਕੇ ਵੇਂਦਾ ਵਾ ਤੇ ਤੁਸੀਂ ਦੁਆ ਕਰਦੇ ਹੋ ਸਕਦਾ, ਪਰ ਅਜੇ ਤੁਹਾਡਾ ਵੀ ਹਾਲ ਸ਼ਮਾਉਨ ਪਤਰਸ ਵਰਗਾ ਹੈ। ਪਰ ਪਤਰਸ ਹਮੇਸ਼ਾ ਇਦਾਂ ਦਾ ਨਹੀਂ ਰਿਹਾ। ਜੀ ਉੱਠਣ ਤੋਂ ਬਾਅਦ ਯਿਸੂ ਮਸੀਹ ਨੇ ਆਪਣੇ ਚੇਲਿਆਂ ਤੇ ਕੀ ਮਾਰੀ? ਫੂਕ ਮਾਰੀ। ਉਹਨਾਂ ਨੂੰ ਕਿਹਾ ਪਵਿੱਤਰ ਆਤਮਾ ਲਓ। ਫਿਰ ਉਹ ਸੌਣ ਵਾਲੀ ਦੁਆ ਨਹੀਂ ਕਰਦੇ, ਉਹ ਫਿਰ ਉਹਨਾਂ ਕੰਟੀਨਿਊ ਪ੍ਰਾਰਥਨਾ ਕੀਤੀ ਔਰ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਤਰਿਆ। ਹਾਲੇਲੂਇਆ। ਸ਼ੈਤਾਨ ਦਾ ਨੂੰ ਕਹਿੰਦਾ ਤੇਰੇ ਕੋਲ ਨਹੀਂ ਹੋਣੀ ਦੁਆ, ਤੂੰ ਤੇ ਦੁਆ 'ਚ ਸੌਂ ਜਾਣਾ। ਕੋਈ ਗੱਲ ਨਹੀਂ, ਕਰੋ ਕਰੋ, ਸੌਂ ਕੇ ਕਰੋ ਅਜੇ ਦੁਆ। ਫਿਰ ਹੌਲੀ ਹੌਲੀ ਥੋੜਾ ਥੋੜਾ ਜਾਗਣ ਡੈ ਪੋਗੇ, ਫਿਰ ਇੱਕ ਦਿਨ ਪੂਰਾ ਹੀ ਜਾਗਣ ਡੈ ਪੋਗੇ। ਜਿਹੜਾ ਡਰਾਈਵਰ ਹੁੰਦਾ ਨਾ, ਜਿੱਦਣ ਉਹਨੂੰ ਪਹਿਲੇ ਦਿਨ 100 ਕਿਲੋਮੀਟਰ ਗੱਡੀ ਚਲਾਉਣੀ ਪੈਂਦੀ ਨਾ, ਉਹਨੂੰ ਉਹਦਾ ਸਰੀਰ ਐ ਹੋ ਜਾਂਦਾ ਵਾ ਜਿੱਦਾਂ ਪਤਾ ਨਹੀਂ ਉਹ ਹਫ਼ਤੇ ਤੋਂ ਗੱਡੀ ਚਲਾ ਰਿਹਾ ਹੁੰਦਾ। ਪਰ ਜਦੋਂ ਹਰ ਰੋਜ਼ 100 ਕਿਲੋਮੀਟਰ 150 ਕਿਲੋਮੀਟਰ 200 ਕਿਲੋਮੀਟਰ ਗੱਡੀ ਚਲਾਉਂਦਾ, ਫਿਰ ਉਹਦੀ ਆਦਤ ਬਣ ਜਾਂਦੀ। ਮੈਂ ਨਵੀਂ ਨਵੀਂ ਕਾਰ ਲਈ ਸੀ ਤੇ ਲੁਧਿਆਣੇ ਜਾ ਰਹੇ, ਸਾਡੇ ਚਰਚ ਦੇ ਬ੍ਰਦਰ ਸੀ ਇੱਕ ਡਰਾਈਵਰ ਨੇ, ਉਹ ਵੀ ਤੇ ਮੈਂ ਕਾਰ ਚਲਾ ਰਿਹਾ ਤੇ ਜਲੰਧਰ ਲੰਘਿਆ ਤੇ ਮੈਂ ਗੱਡੀ ਚਲਾਵਾਂ ਤੇ ਮੈਨੂੰ ਉਹ ਕਹੇ ਪਾਸਟਰ ਜੀ, ਮੈਂ ਉਹਨਾਂ ਨੂੰ ਕਿਹਾ ਲੈ ਤੁਸੀਂ ਚਲਾਓ। ਕਹਿੰਦੇ ਨਹੀਂ ਚਲਾਓ ਤੇ ਆਦਤ ਬਣੂਗੀ। ਹਾਲੇਲੂਇਆ। ਤੇ ਹੁਣ ਮੈਂ ਦਿੱਲੀ ਤੱਕ ਗੱਡੀ ਚਲਾ ਲੈਣਾ ਬਿਨਾਂ ਰੁਕਿਆ। ਇਹ ਪ੍ਰਾਰਥਨਾ ਵੀ ਜਦੋਂ ਤੁਸੀਂ ਕਰਨੀ ਸ਼ੁਰੂ ਕਰਦੇ ਜੇ 5 ਮਿੰਟਾਂ 'ਚ ਠੋਰੂ ਹੋ ਜਾਂਦੇ, ਕਈ ਤਾਂ 2 ਮਿੰਟਾਂ 'ਚ। ਪਰ ਜਦੋਂ ਤੁਸੀਂ ਕਰਦੇ ਰਹੋਗੇ ਇੱਕ ਦਿਨ ਤੁਸੀਂ ਘੰਟਿਆਂ ਬੱਧੀ ਪ੍ਰਾਰਥਨਾ ਕਰਨ ਵਾਲੇ ਬਣ ਜਾਓਗੇ। ਹੱਥ ਉਠਾ ਕੇ ਬੋਲੋ ਹਾਲੇਲੂਇਆ। ਔਰ ਪ੍ਰਾਰਥਨਾ ਜਿਹੜਾ ਹੈ ਤੁਹਾਡੀ ਮਸੀਹ ਲਾਈਫ ਦਾ ਸਾਹ ਆ। ਆਕਸੀਜਨ ਮਿਲਦੀ ਤੁਹਾਨੂੰ ਪ੍ਰਾਰਥਨਾ ਦੇ ਦੁਆਰਾ। ਆਪਾਂ ਕਿਉਂ ਉਦੋਂ ਹੀ ਦੁਆ ਕਰਦੇ ਹਾਂ ਜਦੋਂ ਮੁਸੀਬਤ ਪੈਂਦੀ ਹੈ। ਅਸੀਂ ਜੋਇਸ ਮੇਰ ਦਾ ਕਲਾਮ ਸੁਣ ਰਹੇ ਸੀ,
ਕਹਿੰਦੀ ਮੈਂ ਪ੍ਰਾਰਥਨਾ ਕਰਕੇ ਕਮਰੇ ਚੋਂ ਬਾਹਰ ਆਈ, ਮੇਰੇ ਬੱਚੇ ਮੈਨੂੰ ਕਹਿੰਦੇ ਮੰਮੀ ਤੂੰ ਅੰਦਰ ਵੜ ਕੇ ਦੁਆ ਕਰੀ ਜਾਨੀ ਆ, ਸਾਡੇ ਲਈ ਖਾਣਾ ਕਿਹਨੇ ਬਣਾਉਣਾ ਸੀ। ਜੋਇਸਮੇਰ ਕਹਿੰਦੀ ਮੈਂ ਆਪਣੇ ਬੱਚਿਆਂ ਨੂੰ ਕਿਹਾ ਸ਼ੁਕਰ ਕਰੋ ਮੈਂ ਅੰਦਰ ਸੀ, ਨਹੀਂ ਤੇ ਤੁਸੀਂ ਮੈਨੂੰ ਖੁਦ ਅੰਦਰ ਘੱਲਣਾ ਹੈ। ਸਮਝਦੇ ਜੇ ਇਹ ਗੱਲ ਦਾ ਮਤਲਬ? ਕਿਉਂਕਿ ਜੋਇਸਮੇਰ ਦਾ ਸੁਭਾਅ ਜਿਹੜਾ ਸੀ ਉਹ ਬੜਾ ਹੀ ਖਤਰਨਾਕ ਸੀ, ਲੜਾਈ ਝਗੜੇ ਵਾਲਾ, ਖਿਜਿਆ ਹੋਇਆ ਹੈ, ਨਿੱਕੀ ਨਿੱਕੀ ਗੱਲ ਤੇ ਖਿਜਣਾ। ਔਰ ਉਹਨੇ ਕਿਹਾ ਅਗਰ ਮੈਂ ਉਹ ਕਮਰੇ 'ਚ ਜਾਨੀ ਆ, ਜਾ ਕੇ ਘੰਟਾ 2 ਘੰਟੇ ਦੁਆ ਕਰਦੀ ਆ, ਤਾਂ ਪ੍ਰਭੂ ਨੇ ਮੇਰੇ ਮਾइंड ਨੂੰ ਕੀ ਕਰ ਦਿੱਤਾ, ਚੇਂਜ ਕਰ ਦਿੱਤਾ। ਅੱਜ ਬਹੁਤ ਸਾਰੇ ਲੋਕ 10 ਸਾਲ ਹੋ ਗਏ ਪ੍ਰਭੂ ਦੇ ਵਿੱਚ ਚੱਲਦੇ ਆ, ਅਜੇ ਤੱਕ ਉਹਨਾਂ ਦੇ ਮੂੰਹ ਚੋਂ ਗਾਲਾਂ ਨਿਕਲਦੀਆਂ ਨੇ, ਅਜੇ ਤੱਕ ਉਹ ਨਿੱਕੀ ਨਿੱਕੀ ਗੱਲ ਤੋਂ ਹੈ ਚਾਹ ਘਰ ਦੀ ਨੇ ਲਿਆ ਕੇ ਦਿੱਤੀ, ਅਰੇ ਪਤੀ ਭਾਈ ਬਸ ਪੱਤੀ ਤੋਂ ਖਿੱਚ ਜਾਂਦੇ, ਨਿੱਕੀ ਨਿੱਕੀ ਗੱਲ ਤੋਂ ਖਿੱਚਦੇ। ਔਰ ਕਲਾਮ ਚ ਲਿਖਿਆ ਖਿੱਚ ਕਿਹਨਾਂ ਦੇ ਮਨਾਂ ਚ ਹੁੰਦੀ ਆ? ਮੂਰਖਾਂ ਦੇ ਮਨਾਂ ਚ। ਜਦੋਂ ਤੁਸੀਂ ਪ੍ਰਾਰਥਨਾ ਦੇ ਵਿੱਚ ਜਾਂਦੇ ਜੀ, ਪ੍ਰਾਰਥਨਾ ਦੇ ਵਿੱਚ ਜਾਂਦੇ ਜੀ, ਕੰਟੀਨਿਊ ਪ੍ਰੇਅਰ ਦੇ ਵਿੱਚ ਜਾਂਦੇ ਜੀ, ਕੁਝ ਤਬਦੀਲ ਹੁੰਦਾ ਤੁਹਾਡੀ ਲਾਈਫ ਦੇ ਵਿੱਚ। ਫੇਅਰ ਲਵਲੀ ਵਾਲੇ ਮਸ਼ਹੂਰੀ ਦਿੰਦੇ ਆ, ਠੀਕ ਆ, ਉਹ ਮੂੰਹ ਜੇ ਹੁਣ ਨਹੀਂ ਮਸ਼ਹੂਰੀ ਆਉਂਦੀ, ਪਹਿਲਾਂ ਆਉਂਦੀ ਹੁੰਦੀ ਸੀ। 1 ਮੂੰਹ 2 ਮੂੰਹ 3 ਮੂੰਹ 4 ਮੂੰਹ, 4 ਮੂੰਹ ਬਣਾਉਂਦੇ। ਭਲਾ ਹਰ ਮੂੰਹ ਦੂਜੇ ਮੂੰਹ ਤੋਂ ਕੀ ਹੁੰਦਾ? ਗੋਰਾ। ਕੀ ਕਹਿੰਦੇ? 4 ਹਫ਼ਤੋਂ ਮੇਂ ਅਸਰ ਦੇਖੇ। ਠੀਕ ਹੈ, ਉਹ ਤੇ ਝੂਠ ਬੋਲਦੇ ਆ, ਕੁਝ ਨਹੀਂ ਹੁੰਦਾ 4 ਹਫ਼ਤਿਆਂ ਚ, ਪਰ 4 ਹਫ਼ਤੇ ਤੁਸੀਂ ਦੁਆ ਕਰਕੇ ਵੇਖੋ, ਲਗਾਤਾਰ ਤੁਹਾਡੀ ਆਤਮਾ ਜ਼ਰੂਰ ਨਿਖਰੇਗੀ। ਹਾਲੇਲੂਇਆ। ਔਰ ਅਸੀਂ ਬੜੀ ਛੇਤੀ ਵਿਸ਼ਵਾਸ ਕਰਦੇ ਹਾਂ ਔਰ ਬਾਜ਼ਾਰੋਂ ਜਾ ਕੇ ਫੇਅਰ ਲਵਲੀ ਕਰੀਮ ਲਿਆਉਂਦੇ ਹਾਂ, ਇਸ ਵਿਸ਼ਵਾਸ ਨਾਲ ਹੁਣ ਸਾਡਾ ਚਿਹਰਾ ਵੀ 4 ਹਫ਼ਤਿਆਂ ਚ ਗੋਰਾ ਹੋ ਜਾਏਗਾ। ਮਾਂ ਦਾ ਪੁੱਤ ਭਾਵੇਂ ਕਾਲਾ ਹੀ ਹੋਵੇ ਜਾਂ ਕੱਟੇ ਵਰਗਾ, ਮਾਂ ਲਈ ਕੀ ਹੁੰਦਾ? ਉਹਦਾ ਪੁੱਤ ਹੀ ਹੁੰਦਾ ਹੈ। ਹਾਲੇਲੂਇਆ। ਬੋਲਦੇ ਨਹੀਂ? ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਕਾਲੇ ਹਬਸ਼ੀ ਹੁੰਦੇ ਆ। ਕੱਦ ਵੇਖੇ ਜੀ ਉਹਨਾਂ ਦੇ 6-6 7-7 ਫੁੱਟ ਦੇ ਹੁੰਦੇ, ਦੌੜ ਦੇ ਵਿੱਚ ਅਵਲ ਹੁੰਦੇ, ਸਾਰੀਆਂ ਗੇਮਾਂ ਦੇ ਵਿੱਚ ਅਵਲ ਦਰਜੇ 'ਚ ਰਹਿੰਦੇ। ਬਾਈਬਲ 'ਚ ਲਿਖਿਆ, ਪਰਮੇਸ਼ਰ ਕਹਿੰਦਾ ਇਨਸਾਨ ਇਨਸਾਨ ਦੇ ਚਿਹਰੇ ਨੂੰ ਦੇਖਦਾ, ਪਰ ਮੈਂ ਉਹਦੇ ਕਿਹਨੂੰ ਦੇਖਦਾ? ਉਹਦੇ ਦਿਲ ਨੂੰ ਦੇਖਦਾ। ਹਾਲੇਲੂਇਆ। ਔਰ ਦਿਲ ਉਹਦਾ ਠੀਕ ਹੁੰਦਾ ਜਿਹੜਾ ਦੁਆ ਕਰਦਾ ਹੈ। ਬਾਈਬਲ ਦੇ ਵਿੱਚ ਇੱਕ ਆਇਤ ਲਿਖੀ ਆ ਕਿ ਪਰਮੇਸ਼ਰ ਆਪੇ ਜ਼ਖਮ ਕਰਦਾ ਵਾ ਤੇ ਆਪੇ ਹੀ ਪੱਟੀ ਕਰਦਾ ਹੈ। ਕਈ ਕਹਿੰਦੇ ਜੀ ਇਹ ਕਿੱਦਾਂ ਦੀ ਗੱਲ ਹੋਈ ਹੈ? ਆਪੇ ਹੀ ਰੱਬ, ਕਈ ਕਹਿੰਦੇ ਆ, ਕਹਿੰਦੇ ਰੱਬ ਆਪੇ ਸਾਰਾ ਕੁਝ ਕਰੀ ਜਾਂਦਾ, ਬੁਰਾ ਵੀ ਉਹ ਕਰਾਉਂਦਾ ਚੰਗਾ ਵੀ ਉਹ। ਨੋ ਨੋ, ਤੁਹਾਡੀ ਇੱਥੋਂ ਹੱਡੀ ਟੁੱਟ ਗਈ, ਤੁਹਾਨੂੰ ਡਾਕਟਰ ਕੋਲ ਖੜਿਆ ਜਾਂਦਾ ਹੈ, ਠੀਕ ਹੈ। ਕੁਝ ਬਾਹਰੀ ਡਾਕਟਰ ਹੁੰਦੇ ਦੁਕਾਨਾਂ ਦੇ ਵਿੱਚ ਬੈਠੇ ਜਿਹੜੇ ਤੇ ਅੰਦਾਜ਼ੇ ਨਾਲ ਹੱਡੀ ਸੈੱਟ ਕਰ ਦਿੰਦੇ, ਠੀਕ ਆ। ਗੁਜਰੇ ਦਿਨੀ ਹੀਰੇ ਦੇ ਸੱਟ ਲੱਗੀ ਸੀ, ਉਹ ਸੌਰੀ ਹੀਰੇ ਦੇ ਬੇਟੇ ਦੇ ਸੱਟ ਲੱਗੀ ਸੀ, ਰਹਿਮਾਨ ਦੇ। ਤੁਸੀਂ ਇੱਥੇ ਦੇਖਿਆ ਸਟੇਜ ਤੇ ਉਹਨੇ ਗਲ 'ਚ ਬਾਂਹ ਪਾਈ ਹੁੰਦੀ ਸੀ। ਉਹ ਜੋੜ ਸੈੱਟ ਨਹੀਂ ਬੈਠਾ ਤੇ ਡਾਕਟਰ ਦੇ ਕੋਲ ਖੜਿਆ ਨਹੀਂ, ਹਸਪੀਟਲ ਦੇ ਵਿੱਚ। ਹੱਡੀ ਜਦੋਂ ਟੁੱਟੀ ਹੁੰਦੀ ਡਾਕਟਰ ਕੀ ਕਰਦੇ ਆ? ਮੰਨ ਲਓ ਇੱਥੋਂ ਹੱਡੀ ਗੁੱਟ ਤੋਂ ਟੁੱਟੀ ਆ, ਉਹ ਇੱਥੇ ਕੀ ਦਿੰਦੇ ਆ? ਚੀਰਾ ਦਿੰਦੇ, ਮਾਸ ਪਾੜਦੇ ਆ। ਕਦ ਲਈ ਭਲਾ? ਉਹ ਮਾਸ ਪਾੜ ਕੇ ਫਿਰ ਉਸ ਮਾਸ ਨੂੰ ਸਾਈਡ ਤੇ ਕਰਦੇ ਆ, ਔਰ ਫਿਰ ਹੱਡੀ ਨੂੰ ਦੇਖਦੇ ਆ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਕਿ ਹੱਡੀ 'ਚ ਕੀ ਨੁਕਸ ਵਾ। ਜਿੱਥੋਂ ਨੁਕਸ ਹੁੰਦਾ ਉਸ ਨੁਕਸ ਨੂੰ ਕੀ ਕਰਦੇ ਆ? ਉਹ ਦੂਰ ਕਰਦੇ ਆ, ਹੱਡੀ ਨੂੰ ਆਪਣੀ ਜਗ੍ਹਾ ਤੇ ਸੈੱਟ ਕਰਕੇ ਦੁਬਾਰਾ ਜ਼ਖਮ ਸੀ ਦਿੰਦੇ। ਔਰ ਕੁਝ ਹਫ਼ਤਿਆਂ 'ਚ ਹੱਡੀ ਕੀ ਹੋ ਜਾਂਦੀ ਆ? ਠੀਕ ਹੋ ਜਾਂਦੀ ਆ। ਔਰ ਜਿਹੜਾ ਜ਼ਖਮ ਹੁੰਦਾ ਉਹ ਵੀ ਕੀ ਹੋ ਜਾਂਦਾ? ਠੀਕ ਹੋ ਜਾਂਦਾ। ਉਸ ਆਇਤ ਦਾ ਇਹ ਮਤਲਬ ਆ, ਜਦੋਂ ਸਾਡੇ ਵਿੱਚ ਕੋਈ ਖਰਾਬੀ ਪੈਂਦੀ ਤੇ ਫਿਰ ਪਰਮੇਸ਼ਰ ਸਾਡਾ ਆਪਰੇਸ਼ਨ ਕਰਦਾ। ਹਾਲੇਲੂਇਆ। ਜਦੋਂ ਤੁਸੀਂ ਪ੍ਰਾਰਥਨਾ ਕਰਦੇ ਜੇ, ਕੁਝ ਲੋਕਾਂ ਨੂੰ ਤੁਹਾਡੇ ਵਿੱਚੋਂ ਦੂਰ ਕਰਦਾ ਖੁਦਾ, ਜਿਹੜੇ ਤੁਹਾਨੂੰ ਇੱਕ ਜੋਖ ਦੀ ਤਰ੍ਹਾਂ ਚਿੰਬੜੇ ਹੋਏ ਆ ਔਰ ਤੁਹਾਡਾ ਖੂਨ ਚੂਸ ਰਹੇ ਆ। ਜਾ ਕਰੋ ਦੁਆ, ਖੁਦਾਵੰਦਾ ਗਲਤ ਲੋਕ ਮੇਰੇ ਜੀਵਨ ਚੋਂ ਬਾਹਰ ਕੱਢ ਦੇ। ਕਈਆਂ ਨੂੰ ਇੰਨੀ ਗੱਲ ਕਹਿਣ ਦੀ ਹਿੰਮਤ ਨਹੀਂ ਪੈਂਦੀ, ਕਿਉਂਕਿ ਉਹ ਗਲਤ ਲੋਕਾਂ ਨੂੰ ਆਪਣੀ ਲਾਈਫ ਚੋਂ ਕੱਢਣਾ ਨਹੀਂ ਚਾਹੁੰਦੇ।
परमेश्वर अगे दुआ करो, परमेश्वर जेड़े लोग तू चाहुना मेरी जिंदगी च रहन ओही रहन। मैं दुआ करदा खुदा दे अगे, परमेश्वर जेड़े लोग तू मेरी कलीसिया च वेखना चाहुना ओहो ही रहन इत्थे, बाकी ना रहन। सानू रूढ़ी मार का थोड़ा चाहिए, अं तो ब्रांडेड लोग हाँ, बोलते नहीं हालेलुया, मानते जे इस गल नूं, अं ब्रांडेड लोग हाँ। शाही कौम, परमेश्वर दी खास प्रजा, ताकि तुसी उहदे गुणां दा प्रचार करो। परमेश्वर ने तुहानूं जिद्दां दे तुसीं मर्जी सी कबूल कीता। हुण परमेश्वर ये थोड़ा कहंदा भी तुसीं हमेशा सूर बन के रहो जां कुत्ता बन के रहो। कुत्ता की करदा, उल्टी करके उहनूं झट लैंदा। सूर की करदा, नवालिया होवे फिर वापस कित्थे जांदा, चिक्कड़ दे विच जांदा। ਜਿਹੜੇ मसीह लोग प्रार्थना नहीं करनगे उन्हां दे जीवन कदे तब्दील नहीं होणगे, उन्हां दी जिंदगी दीयां बुरीआं आदतां कदे खत्म नहीं होणगीਆਂ। ਉਹ ਆਪਣੇ हमेशा ਉਹ पाप तो हारनगे, पाप हमेशा उन्हां ते जितेगा। बैठो खुदा दे कदमां च, रोवो खुदा दे अगे, फजल नाल आए खुदा बख्श गुनाह सब मेरे। कहो खुदा नूं इदां, मंगो खुदा दे कोलों। परमेश्वर तू क्या मंगो तो तुहानूं दिता जाएगा। परमेश्वर मैं मंगदा तेरे कोलों, मेरे जीवन नूं तब्दील कर, मेरियां सोचां नूं तब्दील कर, मेरे हत्थां नूं कंट्रोल कर, मेरे पैरां नूं मंगो, मंगो खुदा दे कोलों इदां बैठ के। कुछ मिनट बैठो, कुछ घंटे बैठो खुदा दे अगे। टाइम नहीं हैगा, टाइम नहीं हैगा। और जिन्ना चीज़ां लई तुहाडे कोल टाइम हैगा वो चीज़ां तुहानूं बचाउणगीਆਂ नहीं। पतरस दे कोल सारी रात टाइम सी, मच्छियां फड़नियां, मार्केट जाके बेचनियां। कुछ टाइम प्रभु यस्सू नूं दे दिता, जिन्ना काम वो सारी रात विच नहीं कर सकिया। बोलो हालेलुया। जिन्ना काम वो सारी रात नहीं कर सकिया प्रभु ने 1 मिनट दे विच कर दिता। हत्थां नूं उठा के बोलो हालेलुया, जोर से बोलो हालेलुया, और जोर से बोलो हालेलुया। मैं भी तुहानूं करके दसूंगा तुहाडी अखां दे सामने। हालेलुया। तुहाडे च बहुतिआं दे अंदर आता हो ही नहीं सकता जी, ये होना ही नहीं जी, इदां हो ही नहीं सकता जी। क्यों नहीं होना? तुहाडी वर्डिंग आए पहला ही। आए मैनूं तो मेरा घर वाला ही नहीं चज दा मिलिया, आपे बोलते रहंदे जी, तूने चज दा कित्थों होना? मैनूं तो मेरी घर वाली नहीं ठीक मिली। नहीं आ तेरे जम्मण खड़ों की थोड़िया सी। तुहाडे इह शब्द वा, खुद शब्द वा तुहाडे। हालेलुया। ये तुहाडे शब्द वा अपने। यूसुफ दे शब्द सी, मेरियां भरियां सॉरी मेरी भरी खड़ी होगी, मेरे भरावां दियां भरियां की टेकदियां मेरी भरी नूं। और डैडी जी सूरज भी चंद्रमा भी मैनू की टेकदा, 11 तारे भी मैनू की टेकदे, की करदे उन्होंने सारे मखौल करदे। अज भी जो मेरे वर्गा कई बोलदा ना, कई कहते तुसीं ब्रांडेड जे। बोलो हालेलुया। तुसीं की जे? ब्रांडेड का मतलब समझते जे? अगर तुसी नाइकी दा ओरिजिनल बूट लेना हो तो 5000 का, अगर वो कॉपी लैनी हो तो 500 रुपए की। यह होंदा ब्रांडेड च फर्क। अगर तो तुसी कॉपी च शैतान तुहानूं झट ही 500 रुपये च खरीद लूगा। जिदा वोटां च कई करते हैं, निकी जी गलासी के पिछे है, ठीक है, मेरे वर्गा जाता यार कांग्रेस नूं वोट पाउणी, बाहर पा देंगे, ठीक है। मुड़ के लखबीर वर्गा चल गया अकालियां नूं पाउणी, हाँ पा देंगे, बाहर गलासी लवा दे, दोवां को लाई जानी तो पाउणी मुड़ के भावें तीजे किसे नूं पाउणी होवे। कई शैतान तो भी ज्यादा चलाक बनते हैं। कोई प्रेयर नहीं, बस गलासी ना मतलब, कोई प्रेयर नहीं, बस बदकारी ना मतलब, झूठ बोलना मतलब।
ਬਾਈਬਲ ਦੇ ਵਿੱਚ ਲਿਖਿਆ, ਮੈਂ ਤੇਰੇ ਸੁਪਨਿਆਂ ਨੂੰ ਸੱਚ ਕਰਾਂਗਾ, ਤੇਰੀਆਂ ਸੋਚਾਂ ਨੂੰ ਸੱਚ ਕਰਾਂਗਾ, ਔਰ ਜੋ ਕੋ ਤੁਸੀਂ ਆਤਮਾ ਦੇ ਵਿੱਚ ਦੇਖਦੇ ਜੇ, ਬੋਲੋ ਸਾਰੇ ਹਾਲੇਲੂਇਆ, ਹਾਲੇਲੂਇਆ। ਜੋ ਕੋ ਤੁਸੀਂ ਆਤਮਾ 'ਚ ਤੁਸੀਂ ਕੀ ਵੇਂਦੇ ਜੇ? ਅਗਰ ਤੁਸੀਂ ਆਤਮਾ 'ਚ ਵੇਂਦੇ ਜੇ, ਹੈ ਤੁਹਾਡੀ ਇੱਕ ਬੀਬੀ ਨਾਲ ਗਾਡੀ ਪੈ ਗਈ ਆ, ਉਹਨੂੰ ਤੁਸੀਂ ਆਪਣੇ ਮਗਰ ਮੋਟਰਸਾਈਕਲ ਤੇ ਬਿਠਾਇਆ ਵਾ, ਤੇ ਤੁਹਾਡਾ ਫਿਊਚਰ ਉਹੋ ਹੀ ਹੋਏਗਾ। ਪਰ ਤੁਸੀਂ ਪੂਰਾ ਨਹੀਂ ਸੀ ਵੇਖਿਆ। ਪੂਰਾ ਇਹ ਸੀ ਕਿ ਤੁਸੀਂ ਜੇਲ੍ਹ 'ਚ ਵੀ ਹੋਵੋਗੇ, ਤੁਹਾਨੂੰ ਛਿੱਤਰ ਵੀ ਵੱਜਣ ਦੇ ਹੋਣਗੇ, ਤੁਹਾਡੀ ਬਦਨਾਮੀ ਵੀ ਹੋਣ ਦੀ ਹੋਊਗੀ। ਪੂਰਾ ਸੱਚ ਇਹ ਸੀ, ਕਿਉਂਕਿ ਸ਼ੈਤਾਨ ਜਿਹੜਾ ਅਧੂਰਾ ਦਿਖਾਲਦਾ ਹੈ, ਉਹ ਪੂਰਾ ਨਹੀਂ ਦਿਖਾਲਦਾ। ਸਾਡੇ ਇੱਕ ਚਰਚ ਦਾ ਨੌਜਵਾਨ ਕਹਿੰਦਾ ਹੈ, ਮੇਰੇ ਮਗਰ ਮੋਟਰਸਾਈਕਲ ਤੇ ਬੈਠਾ, ਕਹਿੰਦਾ ਪਾਸਟਰ ਜੀ ਮੈਨੂੰ ਨਾ ਇੱਕ ਸੁਪਨਾ ਆਇਆ। ਮੈਂ ਕਿਹਾ ਮੈਨੂੰ ਪਤਾ ਤੈਨੂੰ ਕੀ ਸੁਪਨਾ ਆਇਆ। ਕਹਿੰਦਾ ਸੁਣੋ ਤੁਸੀਂ। ਚੱਲ ਮੈਂ ਕਿਹਾ ਦੱਸ। ਕਹਿੰਦਾ ਕੁਆਰਾ ਲੜਕਾ, ਇੱਕ ਕੁੜੀ ਮੇਰੇ ਮਗਰ ਮੋਟਰਸਾਈਕਲ ਤੇ ਬੈਠੀ ਚੂੜਾ ਪਾ ਕੇ। ਮੈਨੂੰ ਪਤਾ ਉਹ ਕੌਣ ਵਾ। ਮੈਂ ਤੈਨੂੰ ਮੋਟਰਸਾਈਕਲ ਦੇ ਮਗਰੋਂ ਚੁੱਕ ਕੇ ਸੁੱਟ ਦੇਣਾ। ਤੁਸੀਂ ਸਾਰਾ ਦਿਨ ਜੋ ਸੋਚਦੇ ਜੇ ਨਾ, ਤੁਹਾਨੂੰ ਰਾਤ ਨੂੰ ਸੁਪਨੇ ਵੀ ਕਿੱਦਾਂ ਦੇ ਆਉਂਦੇ ਆ, ਉਦਾਂ ਦੇ ਆਉਂਦੇ। ਯੂਸਫ ਦੀ ਸ਼ੁਰੂ ਤੋਂ ਸੋਚ ਸੀ ਕਿ ਉਹਨੇ ਕੀ ਬਣਨਾ ਵਾ, ਰਾਜਾ। ਬੋਲੋ ਹਾਲੇਲੂਇਆ, ਹਾਲੇਲੂਇਆ। ਸਾਡੀ ਸੋਚ ਪਤਾ ਸ਼ੁਰੂ ਤੋਂ ਪੱਠੇ ਤੇ ਕੰਮ ਕਰਦੇ ਆ ਜੀ, ਦਿਹਾੜੀ ਲਾ ਕੇ ਮਹਾ ਗੁਜ਼ਾਰਾ ਹੁੰਦਾ। ਮਹਿੰਗਾਈ ਬੜੀ ਹੋ ਗਈ ਜੀ, ਮਹਾ ਹੀ ਸਰਦਾ ਜੀ। ਮੈਂ ਸੁੱਖੇ ਦੇ ਲਾਗੋਂ ਦੀ ਲੰਘਿਆ, ਨੇ ਪੈਸਿਆਂ ਨੂੰ ਲੈ ਕੇ ਕੋਈ ਗੱਲ ਕਹੀ ਵੀ ਮਹਿੰਗਾਈ ਬੜੀ ਹੋ ਗਈ ਹੈ, ਮਹਾ ਹੀ ਸਰਦਾ। ਮੈਂ ਇਹਨੂੰ ਉਦੋਂ ਹੀ ਝਿੜਕਿਆ, ਮੈਂ ਕਿਹਾ ਇਹ ਲਫ਼ਜ਼ ਦੁਬਾਰਾ ਨਹੀਂ ਬੋਲਣਾ। ਜਦੋਂ ਤੁਹਾਡੇ ਖੁਦ ਦੇ ਮੂੰਹ ਤੇ ਲਫ਼ਜ਼ ਆ ਜੀ, ਮਹਾ ਤੜਕਾ ਹੀ ਲੱਗਦਾ ਜੀ। ਉਹ ਤੜਕਾ ਵੀ ਤੁਹਾਡੇ ਲਈ ਬਲੈਸਿੰਗ ਨਹੀਂ ਲੈ ਕੇ ਆਏਗਾ, ਤੁਹਾਡੇ ਗਲੇ 'ਚ ਹੀ ਅੜ ਜਾਏਗਾ। ਕਿਉਂਕਿ ਜਦੋਂ ਤੁਹਾਡੀ ਲਾਈਫ 'ਚ ਪ੍ਰਾਰਥਨਾ ਨਹੀਂ ਹੁੰਦੀ, ਤੁਹਾਡੀ ਜ਼ਬਾਨ ਵੀ ਗਲਤ ਬੋਲਦੀ ਹੈ, ਤੁਸੀਂ ਡਿਸੀਜਨ ਵੀ ਗਲਤ ਲੈਂਦੇ ਜੇ, ਔਰ ਹਮੇਸ਼ਾ ਘਾਟੇ ਦੇ ਵਿੱਚ ਰਹਿੰਦੇ ਜੇ। ਦੇਖੋ ਦਾਊਦ ਆਪਣੇ ਘਰ ਆਉਂਦਾ ਵਾ, ਆਪਣੇ ਘਰ 'ਚ ਆ ਕੇ ਵੇਂਦਾ ਵਾ ਕਿ ਮੇਰੀਆਂ ਪਤਨੀਆਂ ਨੂੰ ਵੀ ਅਗਵਾ ਕਰਕੇ ਲੈ ਗਏ ਆ, ਮੇਰੇ ਨੌਕਰ ਚਾਕਰ ਵੀ ਅਗਵਾ ਕਰਕੇ ਲੈ ਗਏ ਆ, ਕਈਆਂ ਨੂੰ ਮਾਰ ਗਏ ਆ, ਔਰ ਬੜਾ ਗੁੱਸੇ 'ਚ ਆਉਂਦਾ ਹੈ। ਪਰ ਦੁਆ ਕਰਦਾ ਹੈ, ਖੁਦਾਵੰਦ ਉਹਨਾਂ ਦੇ ਪਿੱਛੇ ਜਾਵਾਂ ਕਿ ਨਾ ਜਾਵਾਂ। ਬੋਲੋ ਹਾਲੇਲੂਇਆ। ਪਰਮੇਸ਼ਰ ਤੁਹਾਡੇ ਮਨ 'ਚ ਪਾਉਂਦਾ ਆ। ਕੱਲ ਅਸੀਂ ਨਾ ਇਨਵੇਟਰ ਦੀ ਥੋੜੀ ਮੈਂ ਸੈਟਿੰਗ ਚੇਂਜ ਕਰਨੀ ਸੀ। ਮੈਨੂੰ ਪ੍ਰਭੂ ਨੇ ਪਹਿਲਾਂ ਕਿਹਾ ਵੀ ਇਨਵੇਟਰ ਚੁੱਕ ਕੇ ਤੈਨੂੰ ਅੰਦਰ ਰੱਖ। ਤਾਂ ਮੈਂ ਤੇ ਪਾਸਟਰ ਰਾਜੂ ਨੇ ਇਨਵੇਟਰ ਚੁੱਕਿਆ, ਤਾਰਾਂ ਤੂਰਾਂ ਚੇਂਜ ਕੀਤੀਆਂ, ਆਪਾਂ ਅੰਦਰ ਕਰ ਦਿੱਤਾ। ਬਾਅਦ ਜਦੋਂ ਚੋਰੀ ਹੋ ਜਾਂਦਾ ਬਾਹਰੋਂ, ਫੇਰ ਕਹਣਾ ਉਹ ਉਦੋਂ ਖੁਦਾ ਨੇ ਮਨ 'ਚ ਪਾਇਆ। ਕਈ ਮੈਨੂੰ ਇਦਾਂ ਹੀ ਆ ਕੇ ਦੱਸਦੇ, ਜਦੋਂ ਉਹਨਾਂ ਦੀ ਮੰਜੀ ਠੁੱਕ ਜਾਂਦੀ ਨਾ ਚੰਗੀ ਤਰ੍ਹਾਂ, ਯਾਰ ਖੁਦਾ ਨੇ ਪਹਿਲਾਂ ਹੀ ਦਿਖਾਇਆ ਸੀ। ਹਾਂ, ਤੇ ਉਦੋਂ ਤੂੰ ਸਮਝ ਕਿਉਂ ਨਹੀਂ ਸਕਿਆ? ਕਿਉਂਕਿ ਤੂੰ ਪ੍ਰਾਰਥਨਾ ਕਰਨ ਵਾਲਾ ਨਹੀਂ ਸੀ, ਇਸ ਕਰਕੇ ਤੂੰ ਖੁਦਾ ਦੇ ਇਸ਼ਾਰੇ ਨੂੰ ਸਮਝ ਨਹੀਂ ਸਕਿਆ। ਮਰੀਮ ਦਾ ਮੰਗੇਤਰ ਯੂਸਫ ਸੌਂਦਾ ਹੈ, ਔਰ ਸੁਪਨੇ ਵਿੱਚ ਕੀ ਦੇਖਦਾ ਹੈ? ਇੱਕ ਸਵਰਗਦੂਤ ਉਹਨੂੰ ਬੋਲ ਰਿਹਾ ਕਿ ਤੂੰ ਆਪਣੀ ਮੰਗੇਤਰ ਮਰੀਮ ਨਾਲ ਸ਼ਾਦੀ ਕਰਨ ਤੋਂ ਡਰਨਾ, ਜਿਹੜਾ ਉਹਦੇ ਗਰਭ ਦੇ ਵਿੱਚ ਹੈ ਉਹ ਪਵਿੱਤਰ ਆਤਮਾ ਦੇ ਦੁਆਰਾ ਹੈ। ਯੂਸਫ ਉੱਠਦਾ ਹੈ ਔਰ ਉਸ ਸੁਪਨੇ ਦੇ ਉੱਤੇ ਵਿਸ਼ਵਾਸ ਕਰਦਾ ਆ। ਹਾਲੇਲੂਇਆ। ਕਿਉਂ? ਕਿਉਂਕਿ ਉਹ ਲਿਖਿਆ ਧਰਮੀ ਪੁਰਖ ਸੀ, ਪ੍ਰਾਰਥਨਾ ਕਰਨ ਵਾਲਾ ਸੀ। ਅਸੀਂ ਸੁਪਨਾ ਵੀ ਦੇਖਦੇ ਹਾਂ ਬਲੈਸਿੰਗ ਵਾਲਾ, ਔਰ ਉੱਠਦੇ ਕੀ ਕਰਦੇ ਆ? ਯਾਰ ਪਤਾ ਨਹੀਂ ਸੁਪਨਾ ਖੁਦਾ ਵੱਲੋਂ ਹੀ ਕਿ ਸ਼ੈਤਾਨ ਵੱਲੋਂ ਹੀ। ਜਿੱਦਾਂ ਕਈ ਫੋਨ ਲਾ ਦੇਣਗੇ ਅੱਧੀ ਰਾਤ ਨੂੰ, ਪਾਸਟਰ ਜੀ ਸਾਨੂੰ ਨਾ ਆਵਾਜ਼ਾਂ ਪੈਣ ਦੀਆਂ। ਵੇਖ ਲਓ, ਤੁਹਾਡੇ ਵਾਲੇ ਵੀ ਕਿਤੇ ਜਬਰਾਇਲ ਦੂਤ ਹੀ ਆਇਆ ਹੋਵੇ ਤੇ ਤੁਸੀਂ ਕੀ ਸਮਝੀ ਜਾਂਦੇ? ਲੂਸੀਫਰ ਆ ਗਿਆ। ਇਹਨਾਂ ਗੱਲਾਂ ਦੀ ਸਮਝ ਕਿਉਂ ਨਹੀਂ ਆ? ਚੇਲਿਆਂ ਨੂੰ ਯਿਸੂ ਮਸੀਹ ਨੇ ਕਿਹਾ, ਮੈਂ ਯਹੂਦੀ ਲੋਕਾਂ ਦੇ ਹੱਥੀਂ ਫੜਾਇਆ ਜਾਵਾਂਗਾ, ਸਲੀਬ ਉੱਤੇ ਉਹ ਮੈਨੂੰ ਚਾੜ ਦੇਣਗੇ, ਮੈਂ ਮਰ ਜਾਵਾਂਗਾ, ਤੀਜੇ ਦਿਨ ਫਿਰ ਜੀ ਉੱਠਾਂਗਾ। ਉਹਨਾਂ ਨੂੰ ਉਦੋਂ ਨਹੀਂ ਇਹ ਸਮਝ ਆਉਂਦੀਆਂ। ਜਦੋਂ ਯਿਸੂ ਮਸੀਹ ਜੀ ਉੱਠ ਖਲੋਇਆ, ਫਿਰ ਕਹਿੰਦੇ ਹਾਂ ਯਿਸੂ ਮਸੀਹ ਨੇ ਕਿਹਾ ਹੀ ਮੈਂ ਜੀ ਉੱਠਣਾ। ਤੁਸੀਂ ਜੇ ਬਾਈਬਲ ਨੂੰ ਪੜ੍ਹੋ, ਮੱਤੀ, ਮਰਕਸ, ਲੂਕਾ, ਯਹੂਨਾ, ਤੇ ਜਿਹੜੀਆਂ ਗੱਲਾਂ ਵੀ ਪ੍ਰਭੂ ਉਹਨਾਂ ਨੂੰ ਬਾਈਬਲ ਦੀਆਂ ਦੱਸਦਾ, ਉਹਨਾਂ ਨੂੰ ਉਦੋਂ ਹੀ ਯਾਦ ਆਉਂਦੀਆਂ ਜਦੋਂ ਉਹ ਵਾਪਰ ਜਾਂਦੀਆਂ। ਕਹਿੰਦੇ ਹਾਂ ਯਿਸੂ ਮਸੀਹ ਨੇ ਕਿਹਾ ਸੀ। ਪਰ ਰਸੂਲਾਂ ਦੇ ਕਰਤੱਵ ਦੇ ਵਿੱਚ ਉਹ ਵਾਪਰਨ ਤੋਂ ਪਹਿਲਾਂ ਹੀ ਹੁਣ ਦੱਸਦੇ ਆਪ
बोलो सारे हालेलुया। फर्क की हो गया? फर्क यह हो गया, पहला उन्होंने कोल पवित्र आत्मा का मसा नहीं सी, हुण उन्होंने कोल पवित्र आत्मा है। अज कुछ लोग खुदा दी गल्लां नूं समझदे आ, क्यों? क्योंकि कुछ लोग वो ने जिन्हां दे अंदर पाक रूह दी कुवत है। 5 साल हो गए प्रभु जी चलदे हैं, अजे भी हाय हाय पास जी मेरा सिर भारा, हाय मेरे मोरां दे क्यों कोई तेरे मोरां ते चढ़ चढ़ बहिंदा वा? क्यों तेरे सिर ते कोई चढ़दा वा? स्वर्गी पिता, मैं यसू दे नां च तेरे अगे आउंदी हां, अगे आउना वा। शैताना, मैं यसू दे नां च तेरे ते अटैक करदा। ऐदां हुंदी दवा? ऐदां नहीं हुंदी दवा। पता नहीं शैतान ही बोधी फड़ फड़ा लाई जान दिया। तीर लैके डब्बी ते हौली जी फिर बलदी है, बोलो वो तीर लैके टच करके मारनी पैंदी। लाइटर वा, लाइटर का तुम स्विच नपो, ਉਹਦੇ ਅੱਗੇ ਜਾ ਕੇ 2 ਪੁਆਇੰਟ ਹੁੰਦੇ ਆ, ਉਹ ਠੱਕ ਕਰਕੇ ਆਪਸ ਵਿੱਚ ਰਗੜਦੇ ਆ ਤੇ ਚੰਗਿਆੜੇ ਨਿਕਲਦੇ ਆ, ਜਿਹਦੇ ਨਾਲ ਜਿਹੜੀ ਗੈਸ ਚੁੱਲ੍ਹੇ ਚੋਂ ਨਿਕਲਦੀ ਬਾਹਰ ਉਹਨੂੰ ਅੱਗ ਲੱਗਦੀ। ਜਿੱਦਣ ਉਹਨਾਂ 2 ਪੁਆਇੰਟਾਂ ਦੇ ਵਿੱਚ ਕਾਰਬਨ ਜੰਮ ਜਾਂਦਾ, ਉਹ ਲਾਈਟਰ ਕੰਮ ਕਰਨਾ ਬੰਦ ਕਰ ਦਿੰਦਾ। ਤੁਹਾਡੇ ਚੋਂ ਵੀ ਬਹੁਤ ਸਾਰਿਆਂ ਦੀ ਲਾਈਫ ਦੇ ਉੱਤੇ ਕਾਰਬਨ ਜੰਮਿਆ ਆ। ਸੁਬਾਹ ਉੱਠਦਿਆਂ ਸਾਰ ਸਭ ਤੋਂ ਪਹਿਲਾ ਕੰਮ ਕੀ ਆ? दुआ करना। लूका 18:1 ਦੇ ਵਿੱਚ ਕੀ ਲਿਖਿਆ? ਸਦਾ ਦੁਆ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਤੇ ਸੁਸਤੀ ਕਰਨੀ ਨਹੀਂ ਚਾਹੀਦੀ। यूहन्ना ਦੀ ਅੰਜੀਲ ਦੇ ਵਿੱਚ ਆ ਜਾਈਏ, 17 यूहन्ना 17 ਅਧਿਆਏ। ਯਸੂ ਨੇ ਇਹ ਗੱਲਾਂ ਆਖੀਆਂ, ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕ ਕੇ ਕਿਹਾ, हे पिता। बोलो सारे हालेलुया। ये साडी दुआ वा। जद भी प्रार्थना शुरू करो, हे पिता। घड़ी आ पहुंची अपने पुत्र की वडियाई कर, तां जो पुत्र तेरी वडियाई करे। ते कई कहंदे आ यसु मसीह आपे ही प्यो वा। ਇਹ ਫਿਰ ਯਿਸੂ ਮਸੀਹ ਸਾਨੂੰ ਬੇਵਕੂਫ ਬਣਾਉਣ ਦਿਆ, ਆਪੇ ਹੀ ਆਪਣੇ ਅੱਗੇ ਦੁਆ ਕਰੀ ਜਾਂਦਾ। ਸਮਝ ਨਹੀਂ ਆ, ਕਿਉਂਕਿ ਪਾਕ ਰੂਹ ਨਹੀਂ ਆ। ਸੁਣੋ, ਜਿਵੇਂ ਤੈਂ ਉਹਨੂੰ ਸਾਰੇ ਸ਼ਰੀਰਾਂ ਉੱਤੇ ਅਖਤਿਆਰ ਬਖਸ਼ਿਆ ਵੀ ਉਹਨਾਂ ਸਭਨਾਂ ਨੂੰ ਜੋ ਤੈਂ ਉਹਨੂੰ ਦਿੱਤੇ ਹਨ ਸਦੀਪਕ ਜੀਵਨ ਦੇਵੇ। ਯਿਸੂ ਮਸੀਹ ਨੂੰ ਸਾਰੇ ਸ਼ਰੀਰਾਂ ਤੇ ਅਖਤਿਆਰ ਵਾ ਤੇ ਉਹ ਜਿੰਨੂੰ ਚਾਹਵੇ ਉਹਨੂੰ ਸਦੀਪਕ ਜੀਵਨ ਦਿੰਦਾ ਆ, ਔਰ ਦਿੰਦਾ ਉਹਨੂੰ ਆ ਜਿਹੜਾ ਉਹਦੇ ਹੁਕਮਾਂ ਦੇ ਵਿੱਚ ਚੱਲਦਾ ਆ। ਬੋਲੋ ਸਾਰੇ ਹਾਲੇਲੂਇਆ। ਮੇਰੀ ਜ਼ਿੰਦਗੀ ਦੇ ਵਿੱਚ ਯਿਸੂ ਮਸੀਹ ਤੋਂ ਇਲਾਵਾ ਕਿਸੇ ਲਈ ਥਾਂ ਨਹੀਂ ਹੈਗਾ। ਮੈਂ ਨਹੀਂ ਕਿਸੇ ਬਾਬੇ ਭੂਪੇ ਦੀ ਵਡਿਆਈ ਕਰਦਾ, ਕਿਸੇ ਪੀਰ ਪੈਗੰਬਰ ਦੀ ਮੈਂ ਨਹੀਂ ਵਡਿਆਈ ਕਰਦਾ। ਮੇਰੀ ਜ਼ਿੰਦਗੀ 'ਚ ਇੱਕੋ ਹੀ ਆ, ਉਹਦਾ ਨਾਮ ਆ ਖੁਦਾਵੰਦ ਯਿਸੂ ਮਸੀਹ। ਬੋਲੋ ਸਾਰੇ ਹਾਲੇਲੂਇਆ। ਹੈ ਕਈ 10 ਸਾਲ ਹੋ ਗਏ ਯਿਸੂ ਮਸੀਹ ਚੱਲਦਾ, ਸਭ ਇੱਕ ਹੀ ਆ। अपनी बुढ़ी दे अगे 10 बंदे खिलारो, ताड़ी बुढ़ी कहूगी सब स्वामी तुहाडे जैसे एक ही आ। कवे इन्नी गल तू इहदे पसलियां ला दोगे फड़ के। यसु मेरा दूल्हा है, हालेलुया। मैं ओदी दुल्हन, उन्होंने सारे शरीरों ते इख्तियार है। मेरे शरीर दे उत्ते सिर्फ किहदा अधिकार है? मेरे यसु दा। बोलो हालेलुया। कहंदा सदीपक जीवन यह है कि वह तैनू जो सच्चा वाहिद परमेश्वर है अते यसु मसीह नू जिन्नू तैं घल्लिया जानन। हत्थां नू उठा के बोलो हालेलुया। की तुसी यसु मसीह नू जान चुके जे? की तुसी ओदे बाप नू जान चुके जे? अगर तुसी जानदे जे तुहाडे अंदर सदीपक जीवन है, तुहानू पता नहीं तुहाडे कोल इख्तियार है भूतां नू कड्ढण दा। ਇਹ ਕੱਲੇ ਪਾਸਟਰ ਦੇ ਕੋਲ ਨਹੀਂ, ਹਰ ਵਿਸ਼ਵਾਸੀ ਦੇ ਕੋਲ ਹੈ। ਠੀਕ ਹੈ, ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਕੀ ਹੋਣਗੇ? ਨਿਸ਼ਾਨ ਹੋਣਗੇ। ਪਰ ਅਜੇ ਤੱਕ ਤੁਸੀਂ ਕਹਿੰਦੇ ਜੇ ਸਾਡਾ ਜੀ ਸਿਰ ਹਿਲਦਾ ਜਦੋਂ ਦੁਆ 'ਚ ਬਈਦਾ। ਉਹ ਜ਼ਰੂਰੀ ਨਹੀਂ ਹੈ। ਮੈਂ ਛੋਟਾ ਜਿਹਾ ਸੀ ਉਦੋਂ, ਤੇ ਮੈਂ ਏਦਾਂ ਦੁਆ ਕਰਨ ਦਿਆਂ, ਕਮਰੇ 'ਚ ਬੈਠਾ ਇਕੱਲਾ ਹੀ ਮੈਂ ਦੁਆ ਕਰਨ ਦਿਆਂ, ਤੇ ਮੈਂ ਏਦਾਂ ਹਿੱਲਾ ਆਪੇ ਹੀ। ਮੈਂ ਜਾ ਕੇ ਆਪਣੇ ਡੈਡੀ ਨੂੰ ਪੁੱਛਿਆ, ਮੈਂ ਕਿਹਾ ਮੈਂ ਦੁਆ ਕਰਦਾ ਤੇ ਮੇਰੇ ਨਾਲ ਏਦਾਂ ਹੁੰਦਾ। ਕਹਿੰਦੇ ਗੋਲ ਗੋਲ ਹੁੰਦਾ ਕਿ ਗਾਂ ਪਛਾਣ? ਮੈਂ ਨਹੀਂ ਗਾਂ ਪਛਾਣ।
ਕਹਿੰਦੇ ਉਹ ਆਤਮਾ ਦਾ ਕੰਮ ਹੈ। ਹਾਲੇਲੂਇਆ। ਕਈ ਐਡੇ ਐਡੇ ਨਿਰਬੁੱਧ ਹੁੰਦੇ, ਉਹ ਆਤਮਾ ਦੇ ਕੰਮ ਨੂੰ ਵੀ ਕਾਹਦਾ ਕੰਮ ਸਮਝੀ ਜਾਂਦੇ ਆ? ਸ਼ੈਤਾਨ ਦਾ। ਕਈਆਂ ਕੋ ਆਪ ਤੇ ਭੂਤ ਭਾਤ ਨਿਕਲਦੇ ਨਹੀਂ। ਜੇ ਕਿਸੇ ਪਾਸਟਰ ਕੋਲ ਨਿਕਲਣਾ, ਸ਼ੈਤਾਨ ਇਹਦੇ ਮਗਰ, ਸ਼ੈਤਾਨ ਇਹਦੇ ਮਗਰ। ਯਿਸੂ ਮਸੀਹ ਨੂੰ ਕੀ ਕਹਿੰਦੇ ਸੀ? ਇਹ ਬਵਾਲ ਜਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ। ਅੱਜ ਕਈਆਂ ਕੋ ਆਪ ਤੇ ਕੁਝ ਨਹੀਂ ਹੁੰਦਾ। ਆਪ ਤੇ ਕਈਆਂ ਕੋ 10 ਮਿੰਟ ਨਹੀਂ ਕਲਾਮ ਸੁਣਾਇਆ ਜਾਂਦਾ, ਜਿਹੜਾ ਘੰਟਾ ਕਲਾਮ ਸੁਣਾ ਕਹਿੰਦੇ ਕੈਪਸੂਲ ਖਾ ਕੇ ਡਿਆ ਹੋਣਾ। ਇਹ ਤਾਂ ਇੰਨਾ ਚਿਰ ਕਿੱਥੋਂ ਬੋਲਿਆ ਜਾਂਦਾ? ਸਦੀਪਕ ਜੀਵਨ ਇਹ ਹੈ ਕਿ ਆਪਾਂ ਬਾਪ ਨੂੰ ਜਾਣਨਾ ਹੈ ਤੇ ਉਹਦੇ ਪੁੱਤਰ ਯਿਸੂ ਮਸੀਹ ਨੂੰ ਜਾਣਨਾ ਹੈ। ਔਰ ਯਿਸੂ ਮਸੀਹ ਦੀ ਲਾਈਫ ਸੀ ਪ੍ਰੇਅਰ। ਤੁਹਾਡੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਕੰਮ ਆ ਪ੍ਰੇਅਰ ਕਰਨਾ। ਅਗਰ ਤੇ ਤੁਸੀਂ ਆਪਣੇ ਆਪ ਨੂੰ ਖੁਦਾ ਦੇ ਬੇਟੇ ਸਮਝਦੇ ਜੇ, ਸਭ ਤੋਂ ਤੁਹਾਡਾ ਜ਼ਰੂਰੀ ਕੰਮ ਆ ਪ੍ਰਾਰਥਨਾ ਕਰਨਾ। ਸੁਬਾਹ ਉੱਠੇ ਸਭ ਤੋਂ ਪਹਿਲਾਂ ਪ੍ਰਾਰਥਨਾ ਕਰਨਾ, ਆਪਣੀ ਬਾਈਬਲ ਨੂੰ ਫੜਨਾ, ਉਹਨੂੰ ਪੜ੍ਹਨਾ। ਬੋਲੋ ਹਾਲੇਲੂਇਆ। ਸਾਡੇ ਕੋਲ ਤੇ ਜੀ ਟਾਈਮ ਹੀ ਹੈ ਨਹੀਂ। ਤੁਸੀਂ ਸ਼ੈਤਾਨ ਜੇ ਤੁਸੀਂ ਇਹ ਗੱਲ ਕਹਿੰਦੇ ਜੇ ਸਾਡੇ ਕੋਲ ਪ੍ਰਾਰਥਨਾ ਲਈ ਟਾਈਮ ਨਹੀਂ ਹੈਗਾ। ਸਾਡੇ ਕੋਲ ਭੁੱਖ ਨਹੀਂ ਜਰੀ ਜਾਂਦੀ ਜੀ। ਹਾਂ, ਰੋਜ਼ਾ ਏਦਾਂ ਰੱਖਣਾ ਕਿ ਨਾਸਾ ਨੂਸਾ 'ਚ ਨਾਲੀਆਂ ਲਵਾ ਕੇ ਰੱਖਣਾ। ਇਹ ਖਾਂਦਾ ਕੁਝ ਨਹੀਂ ਜੀ, ਦਵਾਈ ਰਾਹੀਂ ਸਾਰਾ ਕੁਝ ਜਾਣਦੇ ਆ। ਉਦੋਂ ਡਾਕਟਰ ਕਹਿੰਦੇ ਕੁਝ ਨਹੀਂ ਖਾਣ ਲਈ ਦੇਣਾ, ਪਾਣੀ ਪੀਂਦਾ ਨਾ ਨਾ। ਡਾਕਟਰ ਕਹਿੰਦੇ ਰੁਮਾਲ ਗਿੱਲਾ ਕਰਕੇ ਮੜ ਜਾ ਬੁੱਲਾਂ ਨੂੰ ਲਾ ਦੇਣਾ ਬਸ। ਫੇਰ ਕਿੱਦਾਂ? ਫੇਰ ਤੇ ਮਹੀਨਾ ਮਹੀਨਾ ਕਈ ਮਹੀਨੇ ਲੰਘ ਜਾਂਦੇ ਇਦਾਂ ਹੀ। ਅੱਜ ਰੱਖੋ ਰੋਜ਼ਾ, ਹੁਣ ਰੱਖੋ ਰੋਜ਼ਾ। ਜਦੋਂ ਤੁਸੀਂ ਚੰਗੇ ਭਲੇ ਜੇ, ਜਦੋਂ ਸ਼ੈਤਾਨ ਤੁਹਾਡੇ ਆਗਾ ਤੁਸੀਂ ਫਾੜ ਕਰਦੀ ਉਹਦੇ ਮਾਰੋਗੇ, ਚੌਂ ਚੌਂ ਕਰਦਾ ਨਾ ਭੱਜੂ ਤੇ ਤਾਂ ਆਖਿਓ। ਪਰ ਅੱਜ ਤੇ ਹੀ ਸ਼ੈਤਾਨ ਕਹਿੰਦਾ ਪਰੌਂਠੇ ਬਣਦੇ ਆ, ਛੱਡ ਪਰੇ। ਅੱਜ ਤੂੰ ਵਾਂਡੇ ਜਾਣਾ, ਛੱਡ ਪਰੇ। ਬੋਲੋ ਹਾਲੇਲੂਇਆ, ਹਾਲੇਲੂਇਆ। ਪ੍ਰਾਰਥਨਾ ਦੇ ਉਸ ਹਿੱਸੇ ਨੂੰ ਸਮਝਣਾ ਆ ਜਿਹੜਾ ਮੇਰੀ ਜ਼ਿੰਦਗੀ ਦੇ ਵਿੱਚ ਮਰਿਆ ਪਿਆ ਹੈ। ਬੋਲੋ ਹਾਲੇਲੂਇਆ। 9 ਐਤ ਦੇ ਵਿੱਚ ਆ ਜਾਓ। ਪਹਿਲਾਂ 4 ਸੌਰੀ ਪੜ੍ਹ ਲਾਂਗੇ। ਜਿਹੜਾ ਕੰਮ ਤੈਂ ਮੈਨੂੰ ਕਰਨ ਦੇ ਲਈ ਦਿੱਤਾ ਸੀ ਉਹ ਪੂਰਾ ਕਰਕੇ ਮੈਂ ਧਰਤੀ ਤੇ ਤੇਰੀ ਵਡਿਆਈ ਕੀਤੀ ਹੈ। ਬੋਲੋ ਹਾਲੇਲੂਇਆ। ਯਿਸੂ ਮਸੀਹ ਨੂੰ ਜਿਹੜਾ ਕੰਮ ਬਾਪ ਨੇ ਸੌਂਪਿਆ ਸੀ ਕਰਨ ਦੇ ਲਈ, ਬਾਪ ਨੇ ਉਸ ਕੰਮ ਨੂੰ ਕੀ ਕੀਤਾ? ਪੂਰਿਆਂ ਕੀਤਾ। ਹੁਣ ਮੇਰੀ ਔਰ ਆਪ ਦੀ ਵਾਰੀ ਹੈ। ਬੋਲੋ ਹਾਲੇਲੂਇਆ। ਰੈਨਡ ਬਾਂਕੇ ਦੀ ਮੌਤ ਹੋਈ, ਪ੍ਰਭੂ ਦਾ ਸੇਵਕ ਹੈ ਜਰਮਨ ਦਾ, ਔਰ ਮਿਲੀਅਨ ਪਾਸਟਰ ਨੇ ਮੈਸੇਜ ਕੀਤੇ ਫੇਸਬੁੱਕ ਦੇ ਉੱਤੇ, ਆਈ ਸਲੂਟ ਯੂ ਸਰ। ਲੱਖਾਂ ਰੂਹਾਂ ਨੂੰ ਜਿੱਤਣ ਦੇ ਲਈ। ਅੱਜ ਸਾਡੇ ਕੋਲ ਸਾਡਾ ਘਰ ਨਹੀਂ ਜਿੱਤਿਆ ਜਾਣ ਦਿਆ, ਸਾਡੀ ਵਾਈਫ, ਸਾਡਾ ਹਸਬੈਂਡ ਨਹੀਂ ਜਿੱਤਿਆ ਜਾਣ ਦਿਆ। ਕਿਉਂ? ਅਸੀਂ ਹਾਰ ਜਾਂਦੇ ਹਾਂ। ਦੁਆ ਹੋ ਸਕਦਾ ਅਸੀਂ ਕਰਦੇ ਹਾਂ, ਪ੍ਰਾਰਥਨਾ ਕਰਨ ਤੋਂ ਬਾਅਦ ਵੀ ਪ੍ਰਾਰਥਨਾ ਦੇ ਵਿੱਚ ਰਹਿਣਾ ਆ। ਬੋਲੋ ਹਾਲੇਲੂਇਆ। ਪ੍ਰਾਰਥਨਾ ਕੀਤੀ, ਪਰਮੇਸ਼ਰ ਮੈਂ ਵਿਸ਼ਵਾਸ ਕਰਦੀ ਤੂੰ ਮੇਰੇ ਪਤੀ ਨੂੰ ਬਦਲੇਗਾ। ਦੁਆ ਤੋੜਦਿਆਂ ਸ਼ੈਤਾਨ ਨੇ ਘਰ ਵਾਲੇ ਨਾਲ ਲੜਾਈ ਕਰਾ, ਤੂੰ ਨਹੀਂ ਬਦਲਣਾ, ਤੂੰ ਨਹੀਂ ਬਦਲ ਸਕਦਾ, ਤੂੰ ਨਹੀਂ ਸੁਧਰਨਾ। ਉਹ ਕਿਹੜੀ ਲਾਈਫ ਜੀ ਰਹੇ ਜੇ ਤੁਸੀਂ? ਸ਼ੈਤਾਨ ਨੇ ਖੁਦ ਤੁਹਾਡੇ ਮੂੰਹ ਤੋਂ ਤੁਹਾਡੀ ਪ੍ਰਾਰਥਨਾ ਨੂੰ ਕੀ ਕਰਾਤਾ? ਰਿਜੈਕਟ ਕਰਾਤਾ। ਮੈਂ ਕਿ ਸਿਸਟਰ ਦੀ ਗਵਾਹੀ ਸੁਣੀ, ਉਹਦਾ ਹਸਬੈਂਡ ਆਪਣੀ ਵਾਈਫ ਦੇ ਕੋਲੋਂ ਉਹਦੇ ਜਿਸਮ ਦਾ ਧੰਦਾ ਕਰਾਉਂਦਾ ਸੀ, ਪਰ ਉਹ ਪ੍ਰੇਅਰ 'ਚ ਰਹੀ, ਰੋਜ਼ਿਆਂ ਦੇ ਵਿੱਚ ਰਹੀ। 3 ਸਾਲ ਲੱਗ ਗਏ। ਖੁਦਾ ਨੇ ਇੱਕ ਦਿਨ ਉਹਦੇ ਪਤੀ ਦਾ ਜੀਵਨ ਬਦਲ ਦਿੱਤਾ। ਇਹ ਛੋਟੀਆਂ ਛੋਟੀਆਂ ਗੱਲਾਂ ਤੋਂ, ਮੈਂ ਤੇਰੇ ਨਾਲ ਵਸਣਾ, ਮੈਂ ਹੀ ਤੇਰੇ ਨਾਲ ਵਸੀ। ਕਿਉਂ ਜ਼ਿੰਦਗੀਆਂ ਏਦਾਂ ਵਿਗੜੀਆਂ ਹੋਈਆਂ ਨੇ? ਰਿਸ਼ਤਾ ਕਰਨ ਲੱਗੇ, ਲੜਕੀ ਵੇਖਣਗੇ, ਪ੍ਰਾਰਥਨਾ ਕੀਤੀ ਲੜਕੀ ਵੇਖਣ ਤੋਂ ਪਹਿਲਾਂ, ਬਸ ਕੀ ਵੇਖ ਲਈ? ਸ਼ਕਲ ਵੇਖ ਲਈ, ਵਾਹ ਵਾਹ ਸੋਹਣੀ। ਵਿਆਹ ਤੋਂ ਬਾਅਦ ਕੀ ਕਹਿੰਦੇ? ਤੇਰੀ ਸ਼ਕਲ ਨੂੰ ਅਸੀਂ ਕੀ ਕਰਨਾ? ਉਹ ਚੰਗੀ ਨਹੀਂ ਹੁੰਦੀ, ਉਹ ਵੀ ਗਾੜੀ ਕਹੇ ਤਾਂ ਸ਼ਕਲ ਵੇਖ ਕੇ ਕੀਤਾ ਸੀ। ਤੁਸੀਂ ਕਹੋਗੇ ਜੀ ਅਕਲ ਕਿੱਦਾਂ ਵੇਖੀ ਜਾਂਦੀ? ਉਹਦੇ ਅੰਦਰ ਹੁੰਦੀ। ਦੁਆ ਕਰਨ ਡੈਬੋ,
सारा कुछ दसी जाऊ खुदा। बोलो हालेलुया। सारा कुछ दसेगा खुदा। सैमुल जस्सी ने वड्डा मुंडा अगे लिया, वेंदे और तेल नहीं डोलता। सैमुल नूं ते बड़ा वधिया लगा, मुड़ के किधर नूं वेंदा? परमेश्वर वाल वेंदा। परमेश्वर कहंदा ये नहीं है। दूजा आ गया, दूजे नूं वेख्या, वाह बहुत स्मार्ट है। फिर खुदा नूं पुछदा, हाँ जी प्रभु जी। प्रभु कहंदा ये भी नहीं है। 7 आए, 7 प्रभु ने रिजेक्ट किए। 8वां आया, फिर प्रभु नूं कहंदा प्रभु हुण दस। प्रभु कहंदा इहो ही आ। बोलो हालेलुया। इदां हुंदियां जी गल्लां। आंख वालों ने तुझको है देखा, कान वालों ने तुझको पहचानते हैं वो इंसान जिनकी आंखों पे पर्दा नहीं। क्योंकि लोकां दी जिंदगी दे उत्ते पाप दा पर्दा पिया होया, उन्हां नूं सही गलत दी पहचान नहीं करनी आउंदी। सुनियारा ही सोने नूं पहचान सकदा आ। प्रभु ने इंसान नूं बनाया, इंसान नूं ओह ही जानदा आ। ते ओह प्रभु जदों तुहाडे अंदर आ जाएगा ते तुसीं भी इंसानां नूं समझण लग पोगे। परमेश्वर तुहानूं दसेगा आ बंदा तुहाडे नाल काम करदा, तेरे लिए नुकसान ही। साडे घुमाण वाले भाई मंगा एक दिन गए किते, मैं उन्होंने दुकान ते बैठा, मैं उन्होंने आउंदियां कहा आ मुंडा तुहाडी दुकान ते इन्हां नूं दुकान तो कढ दो, हटा दो। मैनूं कहिंदे मैं अपने उत्ते उन्ना विश्वास नहीं करता जिन्ना इहदे ते करदा। मैं क्या, मैनूं प्रभु ने कहा तेरी मर्जी तू करना, नहीं कर। 6 महीने दे विच विच उस नौजवान मुंडे ने 5 लाख की चोरी की दुकान चों मटीरियल। कई बारी तुहाडे चों भी कईयां नूं इदां चतारी दा। फिर कई कहणगे पास्टर जी तुसीं ते उदों क्या ही साडी मत ते पड़दा पिया ही। आगू मतलब अगवाई करने वाले। और आप कहने बस तुहानूं थोड़ा पता, इन्हां नूं थोड़ा पता साडे बंदा किन्ने काम दा 100 काम करदा साडे। तुहानूं पता नहीं तुहाडे 100 काम करदा ते 200 दा तुहानूं थल्ले ही कट्टी जाण डिया फड़ के। समझदार बनना है। हालेलुया। 9 प्रभु यीशु कहंदे ने मैं उन्हां लई बेनती करदा हां, मैं जगत दे लई नहीं पर उन्हां लई बेनती करदा हां जो तैं मैनूं दित्ते, क्यों जो वो तेरे हन। यसु मसीह जो धरती ते सी साडे लई की करदा सी? दुआ करदा सी। ते हुण भी बाइबल च लिखिया बाप दे सज्जे हत्थ बैठा साडे लई की करदा वा? सिफारिश करदा है। हुण भी वो स्वर्ग दे विच रह के हुण भी दुआ करदा साडे लई, ते असीं धरती ते रह के नहीं दुआ करदे। सवेरे उठे अच्छा नहीं चाह बनाई है अद्धा प्रगट दिन की शुरुआत काहदे नाल? कई गुड मॉर्निंग का मैसेज घलदे आ मैनूं ते उत्ते 2 फोटोआं वगियां हुंदियां चाह दियां। कदे सियाणे बनो। किदण अगल आउणी तुहानूं? लै पास्टर आई ते ढिड फूक लिया, तू फोटो ना फूक ला। सवेरे उठे जे किसी नूं मैसेज करना ही आ तो कोई रब दा कलाम भेजो, कोई रब दा वचन भेजो। गुड मॉर्निंग थले चाह दे कप चो धुआं निकल दिया, लो जी पास्टर जी गुड मॉर्निंग। दिन की शुरुआत बाइबल दे नाल, अपने प्रभु यीशु दे नाल। रात नूं सौना प्रभु यीशु दे नाल, जब तक नींद नहीं आ जाती। हालेलुया प्रभु तेरा धन्नवाद, हालेलुया प्रभु तेरा धन्नवाद, हालेलुया प्रभु तेरा धन्नवाद, हालेलुया प्रभु तेरा धन्नवाद। अपने जिहड़े दूसरे काम वा ना उन्हां दा समा घटा दो। अपने जिहड़े तुसीं दुनियावी काम करदे जो उहदा समा 1 घंटा घट कर दो, वो 1 घंटा खुदा नूं दो। अपने दिमाग नाल छड्डना बंद कर दो, अपने दिमाग नाल चलना बंद कर दो। उस तरीके नाल चलो जिद्दां खुदा कहंदा। तुहानूं लगदा जे तुसीं 8 घंटे काम कीता तुसीं तां ज़्यादा कमाई करोगे? नो, जिहड़ी कमाई खुदा कराउंदा वा। किन्नी कराई सी भला पतरस नूं? अपनी भी बेड़ी भर गई ते साथियां दियां भी भर गई। लै ऐतवार सानूं डबल दिहाड़ी मिलदी, असीं क्यों बंदगी ते जाइए?
तू डबल दिहाड़ी च रहेगा। परमेश्वर तो कहता तेन मैं 100 गुणा ब्लैस करांगा। किन्ने गुणा? जिहड़ी नौकरी तुसीं यस्सू की खातर छड्डी, जिहड़ी छोकरी तुसीं यस्सू की खातर छड्डी, खुदा तुहानू डबल वधिया देगा। बोलो हालेलुया, हालेलुया। हत्थां नूं उठा के बोलो हालेलुया। बस दुआ करी जाओ, हालेलुया। और दुआ किदां करनी? आत्मा दे विच होके, जिद्दां मेरा यस्सू करदा है। हे पिता, घड़ी आण पहुंची है। अपने बाइबल का वर्का थलो 15 मैं ये बेनती नहीं करदा जो तू उन्होंने जगत विचों चुक लवें, पर यह जो तू दुष्ट तो उन्हां दी रक्षा करे। वे लो प्रभु की दुआ। पिता नूं कहंदा कि पिता, जिहड़े लोग तू मैनूं दित्ते उन्हां दी दुष्ट तो की कर? रक्षा कर। तो वो रक्षा दे वाड़े दे विच बन के रहना है, ਉਹਦੇ घेरे दे विच बन के रहना है। ਜਦੋਂ ਤੁਸੀਂ प्रार्थना करते जे ਤੁਸੀਂ लुकदे जे, छिपदे जे। परमेश्वर का बंदा कहता ना, तू मेरे छुपण की थां है, तू मेरे लुकण की थां है। जिहड़ा आत्महान दी ओट विच वसदा है वो सर्वशक्तिमान दे साए हेठ टिकेगा। हिंदी दी बाइबल दे विच लिखिया, जिहड़ा आत्महान दी ओट दे थल्ले बैठा रहिंदा है, जो बैठा रहिंदा है। दानियल बैठा रहा, 10वें दिन आके स्वर्गदूत ने की किया भला? किनवें दिन तेरी दुआ सुनी गई सी? पहले दिन। अगर तुसी दुआ करते जे, तुहानूं दुआ च नींद आउंदी आ, समझ लो फिर शैतान तुहाडे नाल लड़दा जे। ते शैतान तुहाडे नाल तां लड़दा जे क्योंकि शैतान नूं पता कि इंसान मेरे लिए की आ? खतरा आ। ते जे तुसी दुआ करते जे ते तुहाडे नाल कुछ नहीं ना हुंदा, ते फिर तुसी शैतान दे हैं, फिर तुम शैतान दे यार बेली जे, क्योंकि उन्होंने तुहाडी दुआ नाल कोई फर्क नहीं पै रहा। कहंदा कर 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 कर, शाबाश करी जा। भंगड़े पाउंदा तुहाडे अगे हो। पर जे तुसी दुआ करदे जे हैं तुहाडे, हालेलुया, करना हुंदा कि ना इदां? दुआ करन डे खुरक भी उहो जिही थां होनी जिथे खुरके नहीं जाना। दुआ करन डे पे ते जी किता गली च रौला पैन डै पैना। दुआ करन डे पे ते जी किता कुत्ता भौंकण डै पैना गली च। डिस्टर्बिंग, उन्होंने डिस्टर्ब करता शैतान, जिन्हां तो शैतान नूं की आ? खतरा आ। हालेलुया। जिन्हां तो शैतान नूं की आ? खतरा आ। उन्होंने डिस्टर्ब करता शैतान। जे तुहानूं डिस्टर्ब करता, बोलो हालेलुया। इदां दा बोलो हालेलुया। जे तुहानूं शैतान डिस्टर्ब करता, बोलो हालेलुया। तुसीं समझो तुसीं खास जे खुदा दे, इसलिए शैतान तुहाडे नाल लड़दा आ, तुहानूं वो परेशान करदा आ। अजे रोजा शुरू नहीं किया तो पहले भुख लग जाती। आपने शैतान ते अटैक करना है, अटैक वाली प्रार्थना करनी। शैताना तेन यस्सू दे नाम च अग लगे, गरीबी तेन अग लगे, बीमारी तेनू अग लगे पवित्र आत्मा दी, करजे नू पवित्र आत्मा दी अग लगे, ठीक है, मेरी नींदर नू पवित्र आत्मा दी अग लगे। करदे जे दवा इदां? हाय खुदा बाप, हालेलुया हालेलुया, बड़ा बुरा हाल है खुदा, हालेलुया, ऐदां ही मर जाना खुदा। तुसीं मैनूं दसो, चिमटा फड़ाओ। ओ हरदीप सिंह पिछे बैठा, बंद करके फड़ाओ। समझो मैं हरदीप सिंह, समझो ये बंदूक है, ठीक है? हरदीप दे खंडिया
ਹੈ। ਹਰਦੀਪ ਨੂੰ ਜੰਗ ਤੇ ਲੜਨ ਦੇ ਤੇ ਹਰਦੀਪ ਬੰਦੂਕ ਚਲਾ ਰਹੀ। ਦੁਸ਼ਮਣ ਨੇ ਇਹਨੂੰ ਇੰਨਾ ਮੌਕਾ ਹੀ ਨਹੀਂ ਦੇਣਾ। ਪ੍ਰਾਰਥਨਾ ਤੁਹਾਡਾ ਹਥਿਆਰ ਵਾ। ਅਸੀਂ ਇੱਕ ਜਗ੍ਹਾ ਮੀਟਿੰਗ ਤੇ ਗਏ, ਮੈਂ ਤੇ ਮੇਰਾ ਬ੍ਰਦਰ ਪਾਸਟਰ ਵਿਕਟਰ ਜੌਨ, ਗੀਤ ਬੋਲਣ ਲੱਗੇ ਤੇ ਇੱਕ ਮੁੰਡਾ ਆ ਗਿਆ, ਸਰੀਰ ਉਹਦਾ ਮੇਰੇ ਤੋਂ ਵੀ ਡਬਲ, ਕਹਿੰਦਾ ਜੀ ਮੈਂ ਚੁਮਟਾ ਵਜਾਵਾਂ। ਮੈਂ ਕਿਹਾ ਵਜਾ ਲਾ। ਉਹ ਚੁਮਟਾ ਵਜਾਵੇ ਜਿੱਦਾਂ ਉਹਨੂੰ ਗਾਡਰ ਚਕਾਤਾ ਹੁੰਦਾ। ਕਈਆਂ ਦੀ ਪ੍ਰਾਰਥਨਾ ਵੀ ਐਸੀ ਆ, ਉਹਨਾਂ ਨੂੰ ਦੁਆ ਦਾ ਕਹਿ ਦੋ, ਉਹਨਾਂ ਦਾ BP ਝੱਟ ਡਾਊਨ। ਠੀਕ ਹੈ। ਦੁਆ 'ਚ ਪਤਾ ਕਿੱਦਾਂ ਬੈਠੇ ਹੁੰਦੇ ਆ, ਕਈ ਦੁਆ 'ਚ ਐ ਬੈਠੇ ਹੁੰਦੇ, ਹਾਲੇਲੂਇਆ 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 ਹਾਲੇਲੂਇਆ, ਮਰੇ ਅਰਗੂ ਦੁਆ ਕਰਨੀ। ਕਦੀ ਗੋਡੇ ਖੜੇ ਕਰ ਲਏ, ਕਦੀ ਗਿੱਟੇ ਤਾਂ ਨੂੰ ਐ, ਕਦੀ ਧੌਣ ਐ ਬਿਮਾਰ ਕੁੱਕੜ ਵਰਗੂ ਸੁੱਟ ਲਈ। ਤਾਂ ਸ਼ੈਤਾਨ ਨੂੰ ਤੁਸੀਂ ਕਿੱਦਾਂ ਹਰਾਓਗੇ? ਇਧਰ ਦੇਖੋ, ਚਾਹੇ 10 ਮਿੰਟ ਦੁਆ ਕਰੋ, ਇਹੋ ਜੀ ਦੁਆ ਕਰੋ ਕਿ ਸ਼ੈਤਾਨ ਨੂੰ ਤੁਹਾਡੇ ਕੋਲ ਭੱਜਣਾ ਪਵੇ। ਬੋਲੋ ਹਾਲੇਲੂਇਆ। ਜਦੋਂ ਤੁਹਾਡੀ ਪ੍ਰੇਅਰ ਸੈੱਟ ਹੋ ਜਾਏਗੀ ਨਾ, ਜਦੋਂ ਤੁਹਾਡੀ ਪ੍ਰੇਅਰ ਲਾਈਫ ਸੈੱਟ ਹੋ ਜਾਏਗੀ, ਫਿਰ ਤੇ ਤੁਸੀਂ ਭਾਵੇਂ ਬੈੱਡ ਤੇ ਬਹਿ ਕੇ ਐਂ ਹੀ ਬਹਿ ਜਾਓ, ਧਿਆਨ ਕਰ ਲਿਓ, ਤੁਹਾਡੀ ਬਿਰਤੀ ਜੁੜ ਜੂ ਖੁਦਾ ਨਾਲ। ਹਾਲੇਲੂਇਆ। ਜਿੱਦਾਂ ਡਰਾਈਵਰ ਜਦੋਂ ਗੱਡੀ ਸਿੱਖਦਾ ਨਾ, ਉਹ ਕਦੀ ਸਟੀਅਰਿੰਗ ਵੱਲ ਵੇਂਦਾ, ਕਦੀ ਬ੍ਰੇਕ ਕਿੱਥੇ, ਉਹਨੂੰ ਬੜਾ ਧਿਆਨ ਰੱਖਣਾ ਪੈਂਦਾ ਹੈ। ਤੇ ਠੀਕ ਆ, ਜਿਹੜਾ ਸਿਖਾਉਣ ਵਾਲਾ ਕਹਿੰਦਾ ਸਿੱਧਾ ਵੇ ਸਿੱਧਾ ਵੇ, ਉਹ ਕਦੀ ਸਿੱਧਾ ਵੇਂਦਾ, ਸ਼ੀਸ਼ੇ ਦੇ ਵੇਂਦਾ, ਪਿਛਾਂਹ ਨਹੀਂ ਕੋਈ ਆਉਣ ਡਿਆ। ਪਰ ਜਿੱਦਣ ਉਹ ਟੌਪ ਦਾ ਡਰਾਈਵਰ ਬਣ ਜਾਂਦਾ ਹੈ, ਫਿਰ ਸਿਰਫ ਸਿੱਧਾ ਹੀ ਵੇਂਦਾ, ਫਿਰ ਉਹਨੂੰ ਪਤਾ ਕਲੱਚ ਕਿੱਥੇ, ਬ੍ਰੇਕ ਕਿੱਥੇ। ਠੀਕ ਆ। ਫਿਰ ਗੱਡੀ ਚਲਾਉਂਦਾ ਚਲਾਉਂਦਾ ਨਾਲ ਦੇ ਨਾਲ ਗੱਲਾਂ ਵੀ ਕਰੀ ਜਾਂਦਾ। ਕਈ ਵਾਰੀ ਕਈ ਡਰਾਈਵਰਾਂ ਨੂੰ ਮੈਂ ਵੇਖਿਆ, ਮੈਂ ਕਈ ਡਰਾਈਵਰ ਸਟੀਅਰਿੰਗ ਛੱਡ ਕੇ ਸ਼ੀਸ਼ੇ 'ਚ ਐਂ ਕਰੀ ਜਾਣ, ਵਾਰੀਆਂ ਡਰੀ ਜਾਣਗੀਆਂ ਕਿਤੇ ਠੋਕ ਨਾ ਦੇਵੇ। ਕਿਉਂਕਿ ਹੁਣ ਉਹਦੀ ਪੂਰੀ ਪ੍ਰੈਕਟਿਸ ਹੋ ਗਈ ਇਸ ਕੰਮ ਦੀ। ਜਦੋਂ ਤੁਹਾਡੀ ਲਾਈਫ ਪ੍ਰੇਅਰ ਦੇ ਵਿੱਚ ਟਿਕ ਜਾਏਗੀ, ਤੁਸੀਂ ਲੰਮੇ ਪਏ ਦੁਆ ਕਰੋਗੇ, ਤੁਹਾਡਾ ਧਿਆਨ ਪ੍ਰਭੂ ਦੇ ਵੱਲ ਹੋਏਗਾ। ਹਾਲੇਲੂਇਆ। ਤੁਹਾਨੂੰ ਉਦੋਂ ਵੀ ਨਹੀਂ ਨੀਂਦ ਆਏਗੀ। ਤੁਸੀਂ ਲੰਮੇ ਪੈ ਕੇ ਦੁਆ ਕਰੋਗੇ, ਜਦ ਤੱਕ ਤੁਹਾਡੀ ਪ੍ਰੇਅਰ ਪੂਰੀ ਨਹੀਂ ਹੋਏਗੀ, ਤੁਹਾਨੂੰ ਨੀਂਦ ਨਹੀਂ ਆਏਗੀ। ਕਿਉਂਕਿ ਹੁਣ ਤੁਸੀਂ ਸੈੱਟ ਹੋ ਚੁੱਕੇ ਜੇ। ਹਾਲੇਲੂਇਆ। ਮੈਂ ਇਦਾਂ ਪ੍ਰਾਰਥਨਾ ਕਰ ਰਿਹਾ ਸੀ, ਕਾਫੀ ਪੁਰਾਣੀ ਗੱਲ ਹੈ, ਨੂਰਪੁਰ ਚਰਚ ਦੇ ਵਿੱਚ ਬੈਠਾ ਦੁਆ ਕਰ ਰਿਹਾ ਸੀ। ਇੱਕ ਭੈਣ ਮੇਰੇ ਪਿੱਛੇ ਬਹਿ ਗਈ ਆ ਕੇ ਦੁਆ ਕਰਨ ਦੇ ਲਈ। ਮੈਂ ਬਿਲਕੁਲ ਚੁੱਪ ਕਰਕੇ ਦੁਆ ਡਿਆ ਸੀ ਕਰਨ, ਉਹ ਵੀ ਚੁੱਪ ਕਰਕੇ ਦੁਆ ਕਰਨ ਡਿਆ ਵੀ ਚੱਲ ਪਾਸਟਰ ਨੂੰ ਡਿਸਟਰਬ ਕੀ ਕਰਨਾ। ਮੇਰੇ ਪਿੱਛੇ ਨਾ ਵਾਹਵਾ ਖੜਾਕ ਜਿਹਾ ਹੋਇਆ, ਮੈਂ ਅੱਖਾਂ ਖੋਲ ਕੇ ਪਿੱਛੇ ਨੂੰ ਵੇਖਿਆ ਤਾਂ ਭੈਣ ਡਿੱਗ ਗਈ। ਸਰੀਰ ਦੀ ਵਾਹਵਾ ਭਾਰੀ ਖੜਾਕ ਤਾਂ ਵਾਹਵਾ ਹੋਇਆ। ਮੈਂ ਕਿਹਾ ਵੀ ਆਂਟੀ ਜੀ ਕੀ ਗੱਲ ਹੋਈ? ਉਹ ਕਹਿੰਦੀ ਚੋਕ ਲੱਗ ਗਈ। ਤੁਸੀਂ ਦੂਜੇ ਵੱਲ ਵੇਖ ਕੇ ਨਹੀਂ ਦੁਆ ਕਰਨੀ, ਤੁਸੀਂ ਆਪਣੀ ਲਾਈਫ ਨੂੰ ਦੇਖਣਾ ਵਾ ਕਿ ਤੁਹਾਡੀ ਪ੍ਰੇਅਰ ਲਾਈਫ ਕੈਸੀ ਆ। ਅਜੇ ਤੁਸੀਂ ਦੁਆ ਨਹੀਂ ਕਰ ਪਾ ਰਹੇ ਅੱਛੇ ਤਰੀਕੇ ਨਾਲ, ਤੇ ਤੁਹਾਨੂੰ ਬਿਲਕੁਲ ਅਲਰਟ ਹੋ ਕੇ ਪ੍ਰੇਅਰ ਕਰਨ ਦੀ ਲੋੜ ਹੈ। ਬੋਲੋ ਹਾਲੇਲੂਇਆ। ਯਿਸੂ ਮਸੀਹ ਆਇਆ, ਆ ਕੇ ਵੇਖਿਆ ਪਤਰਸ ਸੁੱਤਾ ਆ। ਯਿਸੂ ਮਸੀਹ ਕਹਿੰਦਾ ਸ਼ਮੌਨ ਤੂੰ ਸੌਂਦਾ ਆ, ਕਿਉਂਕਿ ਸ਼ਮੌਨ ਸੀ ਅਜੇ ਨਹੀਂ ਬਣਿਆ ਪਤਰਸ। ਪਰ ਜਿੱਦਣ ਮਸਾ ਮਿਲ ਗਿਆ, ਲੋਕ ਮਖੌਲ ਕਰਦੇ, ਕਹਿੰਦੇ ਲੱਗਦਾ ਮਨੇਰੇ ਪੀ ਲਈ ਇਹਨਾਂ, ਹੈ ਕਈ ਕਹਿੰਦੇ ਲੱਗਦਾ ਤਾਜੀ ਤਾਜੀ ਪੀ ਲਈ। ਉੱਠ ਕੇ ਕਹਿੰਦਾ ਹਾਲੇਲੂਇਆ, ਕਹਿੰਦਾ ਸੁਣੋ ਵੀ ਸੁਣੋ, ਇਹ ਤਾਜੀ ਮੈਂ ਦੇ ਸ਼ਰਾਬ ਦੇ ਨਸ਼ੇ 'ਚ ਨਹੀਂ ਆ। ਕਹਿੰਦਾ ਅਜੇ ਤੇ ਪੈਰ ਦੇ ਨਹੀਂ ਚੜਿਆ। ਕਾਹਦਾ ਪੈਰ ਦੇਣ ਭਲਾ? ਪਾਖਰੂ ਦਾ। ਕਹਿੰਦਾ ਇਹ ਉਹ ਗੱਲ ਵਾ ਜਿਹੜੀ ਜੋਇਲ ਨਬੀ ਦੀ ਕਿਤਾਬ ਦੇ ਵਿੱਚ ਲਿਖੀ ਗਈ ਪੂਰੀ ਹੋਈ ਆ। ਬੋਲੋ ਸਾਰੇ ਹਾਲੇਲੂਇਆ। ਇਦਾਂ ਹੁੰਦਾ ਜਦੋਂ ਬੰਦਾ ਪ੍ਰੇਅਰਫੁਲੀ ਹੋ ਜਾਂਦਾ, ਜਦੋਂ ਉਹ ਪਾਖਰੂ ਨਾਲ ਭਰ ਜਾਂਦਾ, ਫਿਰ ਜਦੋਂ ਉਹ ਬੋਲਦਾ ਨਾ, ਉਹ ਬਾਣੀ 'ਚੋਂ ਬੋਲਦਾ।
ਤੇ ਜਿਹਦੇ ਅੰਦਰ ਹਵਾ ਭਰੀ ਹੁੰਦੀ ਨਾ, ਉਹ ਪਤਾ ਕੀ ਬੋਲਦਾ? ਹਾਲੇਲੂਇਆ। ਮੈਂ ਨਾ ਲੱਦੇ ਮੁੰਡੇ ਗਿਆ 10 ਭੂਤ ਕੱਢ ਦਿੱਤੇ, ਹਾਲੇਲੂਇਆ। ਮੈਂ ਨਾ ਚੁਣੇ ਗਿਆ ਸਾਬੇ ਨੂੰ ਬਚਾ ਲਿਆ, ਹਾਲੇਲੂਇਆ। ਗੋਲਡੀ ਨੂੰ ਵੀ ਬਚਾ ਲਿਆ, ਹਾਲੇਲੂਇਆ। ਉਹ ਆਪਣੇ ਗੁਣ ਗਾਈ ਜਾਂਦਾ, ਯਿਸੂ ਦਾ ਕਦੇ ਨਾਂ ਹੀ ਨਹੀਂ। ਉਹ ਹਾਲੇਲੂਇਆ ਕਿਹਦੇ ਲਈ ਬੋਲੀ ਜਾਂਦਾ? ਆਪਣੇ ਲਈ। ਪਰ ਪਤਰਸ ਉੱਠ ਕੇ ਕੀ ਕਹਿੰਦਾ? ਇਹ ਜਿਹੜਾ ਤੁਸੀਂ ਦੇਖ ਰਹੇ ਜੇ, ਇਹ ਉਹ ਵਚਨ ਹੈ ਜਿਹੜਾ ਜੋਇਲ ਨਬੀ ਦੀ ਕਿਤਾਬ 'ਚ ਲਿਖਿਆ। ਅਨਪੜ੍ਹ ਬੰਦਾ, ਪਤਰਸ ਅਨਪੜ੍ਹ ਬੰਦਾ, ਔਰ ਕਹਿੰਦਾ ਕਿੱਥੇ ਲਿਖੀ ਗੱਲ ਹੈ? ਜੋਇਲ ਨਬੀ ਦੀ ਕਿਤਾਬ 'ਚ। ਹੈ BA ਪਾਸ ਬੰਦਾ ਖੜਾ ਹੋ ਕੇ ਪ੍ਰਚਾਰ ਕਰਦਾ, ਪਤਾ ਨਹੀਂ ਕਿੱਥੇ ਲਿਖਿਆ, ਪਤਾ ਨਹੀਂ ਕਿੱਥੇ ਲਿਖਿਆ, ਏਦਾਂ ਲਿਖਿਆ, ਤੁਸੀਂ ਏਦਾਂ ਕਰ ਲਓ, ਤੁਸੀਂ ਏਦਾਂ ਕਰ ਲਓ, ਪਤਾ ਨਹੀਂ ਕਿੱਥੇ ਲਿਖਿਆ। ਕਿਉਂਕਿ ਕੋਈ ਆਤਮਾ ਦਾ ਕੰਮ ਹੀ ਨਹੀਂ। ਆ ਮੇਰੀ ਟੀਮ ਦੇ ਕਈ ਗਵਾਹ ਨੇ ਇਸ ਗੱਲ ਦੇ। ਇਹ ਮੈਨੂੰ ਬਾਅਦ ਚ ਕਈ ਪੁੱਛਣਗੇ, ਪਾਸ ਜੀ ਤੁਸੀਂ ਉਹ ਆਇਤ ਬੋਲੀ ਸੀ ਕਿੱਥੇ ਲਿਖੀ? ਇੱਥੇ ਜਦੋਂ ਹੁਣ ਨਾ ਉਦੋਂ ਮੈਨੂੰ ਪਤਾ ਹੁੰਦਾ ਕਿੱਥੇ ਲਿਖੀ, ਬਾਅਦ ਚ ਨਹੀਂ ਪਤਾ ਹੁੰਦਾ। ਕਿਉਂਕਿ ਇਹ ਪੂਰਾ ਰੱਟਾ ਮਾਰ ਕੇ ਨਹੀਂ ਆਈਦਾ ਇੱਥੇ ਪ੍ਰਚਾਰ ਕਰਨ ਦੇ ਲਈ। ਹਾਲੇਲੂਇਆ। ਮੈਂ ਨਾ ਟ੍ਰੇਨਿੰਗ ਦੇ ਵਿੱਚ ਸੀ ਤੇ ਮੈਨੂੰ 2 ਨੰਬਰ ਬੜੀ ਤੇਜ਼ ਆਇਆ ਸੀ, ਤੇ ਸਾਡਾ ਇੱਕ ਨੌਜਵਾਨ ਨਾ, ਉਹ ਵੀ ਟਾਇਲਟ 'ਚ ਵੜਿਆ। ਉਹ ਬਾਹਰ ਹੀ ਨਾ ਨਿਕਲੇ, ਮੈਂ ਦਰਵਾਜ਼ਾ ਖੜਕਾਇਆ ਤੇ ਉਹ ਨਾ, ਮੈਂ ਕਿਹਾ ਇਹਨੇ ਅੰਦਰ ਕੋਈ, ਕਿਉਂਕਿ ਤਾਂ ਮੋਬਾਈਲ ਨਹੀਂ ਹੁੰਦੇ ਇਹਨੇ, ਮੈਂ ਇਹਨੇ ਕੋਈ ਅੰਦਰ ਵਾਕਮੈਨ ਲਾਈ ਆ, ਪ੍ਰਚਾਰ ਦੀ ਆਵਾਜ਼ ਆਵੇ ਅੰਦਰੋਂ। ਉਹ ਜਦੋਂ ਬਾਹਰ ਨਿਕਲਿਆ, ਮੈਂ ਕਿਹਾ ਤੂੰ ਯਾਰ ਚੰਗਾ ਮੈਨੂੰ ਤੰਗ ਕੀਤਾ, ਮੈਂ ਤੇਰੇ ਨਾਲ ਮੈਂ ਬਾਅਦ 'ਚ ਗੱਲ ਕਰਦਾ। ਮੈਂ ਵੀ ਟਾਇਲਟ ਹੋ ਕੇ ਮੈਨੂੰ ਬਾਅਦ 'ਚ ਪੁੱਛਿਆ, ਕਹਿੰਦਾ ਮੈਂ ਪ੍ਰਚਾਰ ਦੀ ਪ੍ਰੈਕਟਿਸ ਕਰਨ ਦਿਆਂ ਸੀ। ਨੋ ਪ੍ਰੈਕਟਿਸ ਨਹੀਂ ਹੁੰਦੀ ਪ੍ਰਚਾਰ ਦੀ, ਪ੍ਰਚਾਰ ਦੀ ਕੋਈ ਪ੍ਰੈਕਟਿਸ ਨਹੀਂ ਹੁੰਦੀ। ਮੈਂ ਪਤਾ ਵਚਨ ਕਿੱਦਾਂ ਤਿਆਰ ਕਰਦਾ? ਮੈਂ ਆਇਤਾਂ ਲੈਣਾ ਜਿਹੜੀਆਂ ਮੈਨੂੰ ਪਤਾ ਹੁੰਦਾ, ਔਰ ਮੈਂ ਵਿਸ਼ਾ ਲੈਣਾ ਕਿ ਉਹਦੇ ਵਿੱਚੋਂ ਪ੍ਰਚਾਰ ਕਰਨਾ। ਇੱਥੇ ਆ ਕੇ ਕੀ ਬੋਲਣਾ ਉਹ ਖੁਦਾ ਨੂੰ ਪਤਾ। ਹਾਲੇਲੂਇਆ। ਤਦੇ ਕਈ 10 ਮਿੰਟ ਬੋਲ ਕੇ ਮੁੜ ਕੇ ਕਰੀ ਜਾਣਗੇ ਹਾਲੇਲੂਇਆ, 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 ਹਾਲੇਲੂਇਆ। ਇੱਧਰ ਯਾਰ ਖਤਮ ਹੋ ਗਈ ਬਾਈਬਲ। ਹਾਲੇਲੂਇਆ, ਹਾਲੇਲੂਇਆ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇੱਧਰੋਂ ਵੀ ਖਤਮ ਹੋ ਚੱਲੀ ਬਾਈਬਲ। ਜਿਹੜੇ ਸਰੀਰਕ ਤੌਰ ਤੇ ਦੁਆ ਕਰਦੇ ਨਾ, ਉਹ ਵੀ ਦੱਸ ਦਿੰਦਾ, ਖੁਦਾਵੰਦ ਮੇਰੇ ਪਤੀ ਨੂੰ ਬਰਕਤ ਦੇ। ਪਤੀ ਕਹਿੰਦਾ ਮੇਰੀ ਪਤਨੀ ਨੂੰ ਬਰਕਤ ਦੇ, ਮੇਰੇ ਬੱਚਿਆਂ ਨੂੰ ਬਰਕਤ ਦੇ, ਸਾਡੇ ਪਾਸਟਰ ਨੂੰ ਬਰਕਤ ਦੇ, ਉਹਦੀ ਫੈਮਿਲੀ ਨੂੰ ਬਰਕਤ ਦੇ, ਸਾਡੇ ਫਲਾਣੇ ਰਿਸ਼ਤੇਦਾਰ, ਸਾਰੇ ਦੁਆ ਕਰਦੇ। ਯਿਸੂ ਜੀ ਹੁਣ ਕੀ ਬੋਲੀਏ? ਸਾਰੇ ਖਤਮ ਹੋ ਗਏ, ਹੁਣ ਕੀ ਬੋਲੀਏ? ਪਰ ਜਿਹੜੇ ਆਤਮਾ ਦੇ ਵਿੱਚ ਦੁਆ ਕਰਦੇ ਨੇ, ਉਹ ਭਾਵੇਂ 1 ਘੰਟਾ ਬਹਿਣ, 1 ਘੰਟਾ ਵੀ ਦੁਆ ਕਰ ਲੈਂਦੇ। ਬੋਲੋ ਹਾਲੇਲੂਇਆ। ਆਤਮਾ ਦੇ ਵਿੱਚ ਹੋ ਕੇ ਦੁਆ ਕਰਨੀ ਸਿੱਖੋ। ਆਤਮਾ ਦੇ ਵਿੱਚ ਜਦੋਂ ਤੁਸੀਂ ਬਾਈਬਲ ਨੂੰ ਖੋਲਣਾ ਆ, ਤੁਹਾਡੇ ਹੱਥ ਦੇ ਵਿੱਚ ਬਾਈਬਲ ਹੈ, ਤੁਸੀਂ ਰਸੂਲਾਂ ਦੇ ਕਰਤੱਵ ਪੜ੍ਹ ਰਹੇ ਜੇ। ਅੱਜ ਤੁਸੀਂ ਰਸੂਲਾਂ ਦਾ ਕਰਤੱਵ 1 ਚੈਪਟਰ ਪੜ੍ਹਿਆ, ਅਗਲੇ ਦਿਨ ਦੂਸਰਾ ਚੈਪਟਰ ਪੜ੍ਹੋ, ਉਸ ਤੋਂ ਅਗਲੇ ਦਿਨ ਤੀਸਰਾ ਚੈਪਟਰ ਪੜ੍ਹੋ। ਏਦਾਂ ਨਾ ਪੜ੍ਹੋ। ਹਾਲੇਲੂਇਆ, 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 ਹਾਲੇਲੂਇਆ। ਅੱਜ ਪ੍ਰਭੂ ਨੇ ਮੈਨੂੰ ਕਹੋ ਤਾਂ 31 ਬਾਬ ਦਿੱਤਾ, ਮੈਂ ਇੱਥੋਂ ਪੜ੍ਹਨਾ। ਅਗਲੇ ਦਿਨ ਹਾਲੇਲੂਇਆ, 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 ਹਾਲੇਲੂਇਆ। ਅੱਜ ਖੁਦਾ ਨੇ ਮੈਨੂੰ ਜਿਰਮੀਆ 18 ਬਾਬ ਦਿੱਤਾ। ਨਹੀਂ ਤੁਸੀਂ ਬਾਰਾਟੀ ਨਹੀਂ ਖੇਡਣ ਦੇ ਜੇ। ਫਿਰ ਕਈ ਕਹਿੰਦੇ ਕਲਾਮ ਸਮਝ ਨਹੀਂ ਆਉਂਦਾ। ਬੱਚੇ ਨੂੰ ਪਹਿਲਾਂ ਸਿੱਧੇ ਅੱਖਰ ਸਿਖਾਏ ਜਾਂਦੇ ਆ, ਊੜਾ ਊਠ ਤੇ ਐੜਾ, ਅੱਖ ਤੇ ਈੜੀ ਇੱਟ। ਫਿਰ ਕੀ ਕਰਦੇ ਆ? ਫਿਰ ਉਹਨੂੰ ਜਦੋਂ ਸਿੱਧੇ ਅੱਖਰ ਸਿੱਖ ਲੈਂਦਾ, ਫਿਰ ਉਹਨੂੰ ਭਲਾਵੇਂ ਅੱਖਰ ਪਾਉਂਦੇ ਆ। ਪੜ੍ਹੇ ਜੇ ਨਾ ਸਕੂਲੋਂ, ਇਦਾਂ ਹੀ ਕਰਦੇ ਨਾ। ਪਹਿਲੇ ਦਿਨ ਨਹੀਂ ਭਲਾਵੇਂ ਅੱਖਰ ਸਿਖਾ ਲੈਂਦਾ ਪੈਂਦੇ, ਉਹਨੂੰ ਸਿੱਧੇ ਸਿੱਧੇ ਅੱਖਰ ਸਾਰੇ ਸਿਖਾ ਕੇ ਫਿਰ ਉਹਨੂੰ ਭਲਾਵੇਂ ਅੱਖਰ ਪਾਏ ਜਾਂਦੇ ਆ, ਤਾਂ ਕਿ ਇਹ ਅੱਖਰਾਂ ਦੀ ਇਹਨੂੰ ਪਛਾਣ ਹੈਗੀ ਆ। ਤੁਸੀਂ ਪਹਿਲਾਂ ਸਿੱਧਾ ਪੜੋ ਬਾਈਬਲ ਨੂੰ, ਸਿੱਧਾ, ਜਿੱਥੋਂ ਛੱਡਿਆ ਉੱਥੋਂ ਗਾਂ ਪੜੋ। ਇੱਕ ਪਾਸਟਰ ਦੱਸਦੇ, ਕਹਿੰਦੇ ਮੈਂ ਕਿਸੇ ਦੇ ਘਰ ਗਿਆ, ਉਹਨਾਂ ਦੇ ਘਰ ਫਿਲਮ ਚੱਲਣ ਦੀ ਸੀ ਟੀਵੀ ਦੇ ਉੱਤੇ। ਤੋ ਕਹਿੰਦੇ ਮੈਂ ਵੀ ਬੈਠ ਗਿਆ, ਫਿਲਮ ਦਾ ਐਂਡ ਸੀ, ਐਂਡ ਹੋ ਗਿਆ, ਖਤਮ ਹੋ ਗਈ ਫਿਲਮ। ਕਹਿੰਦਾ ਮੈਂ ਘਰ ਵਾਲਿਆਂ ਨੂੰ ਕਿਹਾ ਕਿ ਮੈਨੂੰ ਫਿਲਮ ਦਾ ਕੁਝ ਸਮਝ ਨਹੀਂ ਆਈ। ਕਹਿੰਦੇ ਉਹਨਾਂ ਦੇ ਬੱਚੇ ਕਹਿੰਦੇ ਪਾਸਟਰ ਜੀ ਜੇ ਤੁਸੀਂ ਸ਼ੁਰੂ ਤੋਂ ਵੇਂਦੇ ਨਾ ਸਾਰੀ ਫਿਲਮ, ਫੇਰ ਤੁਹਾਨੂੰ ਸਮਝ ਆਉਣੀ ਵੀ ਕਹਾਣੀ ਕੀ ਹੈ।
ਕਹਿੰਦਾ ਮੈਂ ਕਿਹਾ ਇਦਾਂ ਵੀ ਤੁਸੀਂ ਵੀ ਜੇ ਸ਼ੁਰੂ ਤੋਂ ਬੰਦਗੀ ਤੇ ਆਇਆ ਕਰੋ ਤਾਂ ਤੁਹਾਨੂੰ ਸਮਝ ਆਵੇ ਕਿ ਰੱਬ ਦੀ ਬਾਣੀ ਕੀ ਆ। ਕਈ ਬੰਦਗੀ ਤੇ ਉਦੋਂ ਆਉਂਦੇ ਆ ਜਦੋਂ ਫਿਲਮ ਦਾ ਐਂਡ ਹੋਣ ਵਾਲਾ ਹੁੰਦਾ। ਆ ਜਿਹੜੀ ਫਿਲਮ ਚੱਲ ਰਹੀ ਇੱਥੇ, ਬਾਅਦ ਚ ਕਹਿੰਦੇ ਜੀ ਵਚਨ ਤੇ ਸਾਨੂੰ ਸਮਝ ਹੀ ਨਹੀਂ ਆਉਂਦਾ। ਪ੍ਰਭੂ ਨੇ ਕਿਹਾ ਅੱਖਾਂ ਦੇ ਹੁੰਦੇ ਹੋਇਆਂ ਵੇਖਦੇ ਨਹੀਂ ਤੇ ਕੰਨਾਂ ਦੇ ਹੁੰਦੇ ਹੋਇਆਂ ਸੁਣਦੇ ਨਹੀਂ। ਕਿੰਨਾਂ ਨੂੰ ਕਿਹਾ ਪ੍ਰਭੂ ਨੇ? ਫੱਕੀਆਂ ਫਰੀਸੀਆਂ ਨੂੰ। ਜੇ ਅਜੇ ਤੱਕ ਤੁਹਾਨੂੰ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ, ਤੁਹਾਨੂੰ ਕੰਨਾਂ ਨਾਲ ਕਲਾਮ ਸੁਣਦਾ ਨਹੀਂ, ਤੁਸੀਂ ਅਜੇ ਤੱਕ ਫੱਕੀ ਫਰੀਸੀ ਜੇ। ਉਹਨਾਂ ਵਾਲਾ ਆਤਮਾ ਤੁਹਾਡੀਆਂ ਜ਼ਿੰਦਗੀਆਂ 'ਚ ਕੰਮ ਕਰਦਾ ਆ, ਪਰ ਜਿੱਦਣ ਖੁਦਾ ਦਾ ਸਹੀ ਆਤਮਾ ਤੁਹਾਡੇ ਅੰਦਰ ਕੰਮ ਕਰੇਗਾ, ਤੁਹਾਨੂੰ ਕਲਾਮ ਸਮਝ ਆਏਗਾ, ਤੁਹਾਨੂੰ ਪ੍ਰਾਰਥਨਾ ਕਰਨੀ ਸਮਝ ਆਏਗੀ, ਕਿੱਦਾਂ ਦੁਆ ਕਰਨੀ, ਕਿਸ ਕੰਮ ਦੇ ਲਈ ਦੁਆ ਕਰਨੀ ਤੁਹਾਨੂੰ ਸਮਝ ਆਏਗੀ। ਜਿਸ ਦਿਨ ਬੇਟੀ ਪਹਿਲੇ ਦਿਨ ਉਹਨੂੰ ਆਟਾ ਗੁੰਨਣ ਡਾਉਂਦੇ ਜੇ, ਉਹ ਕਦੀ ਪਾਣੀ ਜ਼ਿਆਦਾ ਪਾ ਲੈਂਦੀ, ਕਦੀ ਆਟਾ ਪਤਲਾ ਕਰ ਲੈਂਦੀ ਤੇ ਕਦੀ ਜ਼ਿਆਦਾ ਟਾਈਟ ਹੋ ਜਾਂਦਾ। ਜਦੋਂ ਉਹ ਪਹਿਲੇ ਦਿਨ ਰੋਟੀਆਂ ਪਕਾਉਂਦੀ ਹੈ ਤੇ ਰੋਟੀਆਂ ਤਵੇ ਦੀਆਂ ਰੋਟੀਆਂ ਐ ਹੁੰਦੀਆਂ ਜਿੱਦਾਂ ਤੰਦੂਰੀ ਰੋਟੀਆਂ ਹੁੰਦੀਆਂ, ਪਰ ਹੌਲੀ ਹੌਲੀ ਉਹ ਸਭ ਕੁਝ ਵਧੀਆ ਬਣਾਉਣਾ ਸਿੱਖ ਜਾਂਦੀ। ਆਪ ਪ੍ਰਾਰਥਨਾ ਕਰਨੀ ਸ਼ੁਰੂ ਤੇ ਕਰੋ, ਆਪ ਰੋਜ਼ਾ ਰੱਖਣਾ ਸ਼ੁਰੂ ਤੇ ਕਰੋ। ਚਾਹ ਵਾਲਾ ਰੋਜ਼ਾ ਰੱਖੋ ਪਹਿਲਾਂ, ਠੀਕ ਹੈ, ਹੌਲੀ ਹੌਲੀ ਪਾਣੀ ਵਾਲਾ ਰੱਖੋ, ਹੌਲੀ ਹੌਲੀ ਫਿਰ ਸੁੱਕਾ ਰੋਜ਼ਾ ਰੱਖੋ। ਬੋਲੋ ਹਾਲੇਲੂਇਆ। ਸਾਡੇ ਡੈਡੀ ਸਾਡੇ ਕੋਲ ਰੋਜ਼ਾ ਰਖਾਉਂਦੇ ਹੁੰਦੇ ਸੀ, ਆਪਾਂ ਚੋਰੀ ਚੋਰੀ ਜਾ ਕੇ ਖੰਡ ਖਾ ਲੈਂਦੇ ਹੁੰਦੇ ਸੀ। ਹੁਣ ਅਸੀਂ ਰੋਜ਼ਾ ਰੱਖਦੇ ਆ, ਚਾਹੇ ਪਾਣੀ ਪੀਦਾ ਵਾ, ਚਾਹੇ ਕਈ ਵਾਰੀ ਪਾਣੀ ਵੀ ਨਹੀਂ ਪੀਦਾ। ਤੁਸੀਂ ਆਪਣੇ ਬੱਚੇ ਨੂੰ ਬੀੜੀ ਪੀਣੀ ਸਿਖਾਲਦੇ ਜੇ, ਠੀਕ ਆ, ਉਹ ਬੀੜੀ ਦੇ ਵਿੱਚ ਭੰਗ ਪਾ ਕੇ ਪੀਣੀ ਸਿੱਖ ਜਾਂਦਾ। ਤੁਹਾਡਾ ਬੇਟਾ ਦੇਖਦਾ ਮੇਰੇ ਡੈਡੀ ਦੀ ਤਿੰਨਾਂ ਨਾਲ ਗੱਲਬਾਤ ਸੀ, ਉਹ ਛੀਆਂ ਨਾ ਕਰਦਾ। ਤੁਹਾਡਾ ਡੈਡੀ, ਤੁਸੀਂ ਵੇਂਦੇ ਆਪਣਾ ਡੈਡੀ ਦੇਸੀ ਵੇਚਦਾ ਸੀ, ਤੁਸੀਂ ਕੋਸ਼ਿਸ਼ ਕਰਦੇ ਅੰਗਰੇਜ਼ੀ ਲਾਇਸੈਂਸ ਲੈਣ ਦੀ। ਡੈਡੀ ਪੁਲਿਸ ਨਹੀਂ ਆਇਆ ਕਰੂਗੀ, ਆਪਾਂ ਲਾਇਸੈਂਸ ਲੈ ਕੇ ਵੇਚਾਂਗੇ। ਇਹ ਤੁਹਾਡੇ ਵਿੱਚ ਵਾ, ਤੁਸੀਂ ਕੀ ਫੂਕਣਾ ਗਾੜੀ ਆਪਣੇ ਬੱਚਿਆਂ ਦੇ ਵਿੱਚ। ਇਸ ਲਈ ਅੱਜ ਹੀ ਪ੍ਰੇਅਰ ਕਰੋ ਆਪਣੇ ਬੱਚਿਆਂ ਦੇ ਲਈ। ਬੋਲੋ ਹਾਲੇਲੂਇਆ। ਪੁਰਾਣੇ ਲੋਕ ਆਪਣੇ 12-12 ਬੱਚਿਆਂ ਦੇ ਲਈ ਦੁਆ ਕਰਦੇ ਸੀ, ਤੁਹਾਡੇ ਕੋਲ ਦੋ ਲਈ ਨਹੀਂ ਹੁੰਦੀ ਦੁਆ, ਇੱਕ ਲਈ ਨਹੀਂ ਹੁੰਦੀ ਦੁਆ? ਹੱਦ ਹੋ ਗਈ ਆ, ਟਾਈਮ ਨਹੀਂ ਹੈਗਾ ਜੀ ਸਾਡੇ ਕੋਲ। ਮੈਂ ਕਰੂੰਗਾ ਦੁਆ ਹੁਣ ਕਿ ਰੱਬ ਤੁਹਾਡੇ ਕੋਲ ਟਾਈਮ ਕਢਾਵੇ। ਬੋਲੋ ਹਾਲੇਲੂਇਆ। ਤੇ ਜਿਹੜੇ ਸਿੱਧੀ ਤਰ੍ਹਾਂ ਟਾਈਮ ਨਹੀਂ ਨਾ ਕੱਢਣਗੇ, ਫਿਰ ਮੈਂ ਉਹ ਵੀ ਦੁਆ ਕਰੂੰ, ਪਰਮੇਸ਼ਰ ਹੁਣ ਇਹਨਾਂ ਨੂੰ ਕਿ ਐਮਰਜੈਂਸੀ ਵਾਰਡ 'ਚ ਲੈ ਕੇ ਜਾ, ਫਿਰ ਉੱਥੇ ਅਸੀਂ ਪੂਰੀ ਟੀਮ ਆਵਾਂਗੇ ਦੁਆ ਕਰਨ। ਉਹ ਜਿਹੜਾ ਮਰਜ਼ੀ ਹੋਵੇ, ਚਾਹੇ ਉਹ ਮੇਰੇ ਨਾਲ ਦਾ ਕੋਈ ਪਾਸਟਰ ਵੀ ਹੋਵੇ ਹਾਂ, ਤੇ ਚਾਹੇ ਉਹ ਰਾਹੁਲ ਵੀ ਹੋਵੇ। ਹਾਲੇਲੂਇਆ। ਜੇ ਤੁਸੀਂ ਸਿੱਧੀ ਤਰ੍ਹਾਂ ਦੁਆ ਜਿੱਦਣ ਤੁਸੀਂ ਨਹੀਂ ਕਰਦੇ ਨਾ, ਪਰਮੇਸ਼ਰ ਤੁਹਾਨੂੰ ਇੰਨਾ ਪਿਆਰ ਕਰਦਾ, ਤੁਸੀਂ ਬੱਚੇ ਨੂੰ ਕਹਿੰਦੇ ਓਏ ਕਾਕਾ ਹਟ ਜਾ, ਨਾ ਕਰ ਕੰਮ, ਉਹ ਕਾਕਾ ਹਟ ਜਾ, ਉਹ ਤੈਨੂੰ ਮੈਂ ਕਹਿਣ ਦਿਆਂ ਹਟ ਜਾ, ਫਿਰ ਤੁਸੀਂ ਫੜ ਕੇ ਲਾਉਂਦੇ ਜੇ ਦੋ ਦੇ, ਜਦੋਂ ਉਹ ਜ਼ਬਾਨ ਨਾਲ ਨਹੀਂ ਸਮਝਦਾ। ਪਰਮੇਸ਼ਰ ਤੁਹਾਨੂੰ ਵਚਨ ਬੋਲ ਕੇ ਕਹਿ ਰਿਹਾ, ਪ੍ਰਾਰਥਨਾ ਕਰੋ, ਆਤਮਾ ਤਿਆਰ ਹੈ, ਸ਼ਰੀਰ ਕੀ ਆ ਕਮਜ਼ੋਰ ਹੈ। ਤੁਹਾਨੂੰ ਨੀਂਦ ਆਉਂਦੀ ਆ, ਖੜੇ ਹੋ ਕੇ ਦੁਆ ਕਰੋ, ਥੋੜਾ ਚੱਲ ਕੇ ਦੁਆ ਕਰੋ। ਬੋਲੋ ਹਾਲੇਲੂਇਆ। ਕੁਰਸੀ ਤੇ ਬਹਿ ਕੇ ਦੁਆ ਕਰੋ, ਕਿਉਂਕਿ ਪਰਮੇਸ਼ਰ ਨੇ ਤੁਹਾਡੇ ਮਾਈਂਡ ਨੂੰ ਦੇਖਣਾ ਹੈ। ਘੁਟਨੇ ਟੇਕ ਕੇ ਦੁਆ ਕਰੋ ਫਰਸ਼ ਦੇ ਉੱਤੇ, ਕਿਉਂਕਿ ਘੁਟਨੇ ਦੁਖਦੇ ਰਹਿਣਗੇ ਤੇ ਨੀਂਦ ਨਹੀਂ ਆਏਗੀ। ਹਾਲੇਲੂਇਆ। ਠੰਡ ਆ ਰਹੀ ਆ, ਰਜਾਈ 'ਚ ਨੀਂਦ ਆਉਂਦੀ ਆ, ਰਜਾਈ ਲਾ ਕੇ ਦੁਆ ਕਰੋ। ਹੋ ਹਾਲੇਲੂਇਆ। ਠੰਡ ਲੱਗਦੀ ਰਹੂਗੀ, ਨੀਂਦ ਨਹੀਂ ਆਏਗੀ। ਬੋਲਦੇ ਨਹੀਂ ਹਾਲੇਲੂਇਆ। ਜਦੋਂ ਇੱਕ ਪਹਿਲਵਾਨ ਜਾ ਕੇ ਜਿਮ ਦੇ ਵਿੱਚ ਪ੍ਰੈਕਟਿਸ ਕਰਦਾ ਹੈ, ਉਹ ਇੱਕ ਡੱਬਲ ਜਦੋਂ ਚੁੱਕਦਾ ਇਦਾਂ, ਔਰ ਜਦੋਂ ਉਹਨੂੰ ਐ ਕਰਦਾ ਤੇ ਉਹਨੂੰ ਤਕਲੀਫ ਹੁੰਦੀ ਹੈ। ਪਹਿਲੇ ਦਿਨ ਖੱਲੀਆਂ ਪੈ ਜਾਂਦੀਆਂ, ਹਟਦਾ, ਜੇ ਹਟ ਗਿਆ ਫਿਰ ਉੱਥੇ ਹੀ ਕੰਮ। ਪਰ ਉਹ ਬਾਰ-ਬਾਰ ਕੋਸ਼ਿਸ਼ ਕਰਦਾ ਹੈ, ਬਾਰ-ਬਾਰ ਕੋਸ਼ਿਸ਼ ਕਰਦਾ ਹੈ, ਇੱਕ ਅੱਛਾ ਪਹਿਲਵਾਨ ਬਣ ਜਾਂਦਾ ਹੈ। ਸਾਡੀ ਜਿਮ ਕਿਹੜੀ ਹੈ ਭਲਾ? ਸਾਡਾ ਪ੍ਰਾਰਥਨਾ ਵਾਲਾ ਕਮਰਾ। ਬੋਲੋ ਹਾਲੇਲੂਇਆ। ਹਾਲੇਲੂਇਆ। ਚਾਹੇ ਥੱਲੇ ਆ ਕੇ ਵੱਡੇ ਤੋਂ ਵੱਡਾ ਲੀਡਰ ਖਲੋਤਾ ਹੋਵੇ, ਅਸੀਂ ਦੁਨੀਆ ਦੇ ਲੀਡਰ ਦੇ ਕੋਲ ਬੈਠੇ ਹਾਂ, ਉਹ ਦੁਆ ਕਰਕੇ ਪੂਰੀ ਫੇਰ ਹੀ ਹਟਾਂਗੇ।
ਤੁਹਾਡੀ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਪੁਆਇੰਟ ਪ੍ਰੇਅਰ ਪੁਆਇੰਟ ਹੈ। ਪ੍ਰੇਅਰ। ਅੱਜ ਤੋਂ ਕਸਮ ਖਾ ਲਓ ਇਸ ਗੱਲ ਦੀ, ਹਰ ਰੋਜ਼ ਜਦ ਤੱਕ ਦੁਆ ਨਹੀਂ ਕਰਨੀ ਤਦ ਤੱਕ ਕੁਝ ਖਾਣਾ ਨਹੀਂ, ਕੁਝ ਪੀਣਾ ਨਹੀਂ। 10 ਮਿੰਟ ਤੋਂ ਸ਼ੁਰੂ ਕਰੋ, ਠੀਕ ਹੈ? ਜਿਹੜੇ ਦੁਆ ਨਹੀਂ ਕਰਦੇ 10 ਮਿੰਟ ਤੋਂ ਸ਼ੁਰੂ ਕਰੋ। ਅੱਖਾਂ ਖੋਲ ਕੇ ਟਾਈਮ ਪੀਸ ਵੱਲ ਵੇਖ ਲਿਆ, 10 ਮਿੰਟ ਹੁਣ ਸ਼ੈਤਾਨ ਤੇ ਅੱਗ ਵਰਾਉਣੀ ਹੈ। ਹਾਲੇਲੂਇਆ। ਅਗਲੇ ਦਿਨ 1 ਮਿੰਟ ਹੋਰ ਵਧਾ ਲਿਓ, 2 ਮਿੰਟ ਵਧਾ ਲਿਓ, ਬਸ ਵਧਾਈ ਜਾਓ ਹੌਲੀ ਹੌਲੀ। ਹਾਲੇਲੂਇਆ। ਇੱਕ ਪਹਿਲਵਾਨ ਜਿਹੜਾ ਪਹਿਲੇ ਦਿਨ ਹੀ ਜਾ ਕੇ 1.5 ਕੁਇੰਟਲ ਨਹੀਂ ਚੁੱਕ ਲੈਂਦਾ, 20 ਕਿਲੋ, 50 ਕਿਲੋ, 60, 80, 90 ਕੁਇੰਟਲ, 1.5 ਕੁਇੰਟਲ, ਹੌਲੀ ਹੌਲੀ ਵੱਧਦਾ। ਹਾਂ, ਨਿਆਣਾ ਅੱਜ ਜੰਮਿਆ 2 ਸਾਲ ਦਾ ਹੋ ਗਿਆ, ਅਗਲੇ ਦਿਨ 19 ਸਾਲਾਂ ਦਾ ਹੋ ਜਾਂਦਾ। ਨੋ, ਡੇ ਬਾਈ ਡੇ ਪਰਮੇਸ਼ਰ ਇਦਾਂ ਸਾਨੂੰ ਸਟੈਪ ਬਾਏ ਸਟੈਪ ਵਧਾਉਂਦਾ ਹੈ, ਛੋਟੀ ਜੀ ਆਸ਼ੀਸ਼ ਦਿੰਦਾ ਸਾਨੂੰ, ਦੇਖਦਾ ਅਸੀਂ ਕੀ ਰਿਐਕਸ਼ਨ ਦਿੰਨੇ। ਬੋਲੋ ਹਾਲੇਲੂਇਆ। ਤੁਸੀਂ ਆਪਣੇ ਬੱਚੇ ਨੂੰ 10 ਰੁਪਏ ਦੇ ਕੇ ਦੁਕਾਨੇ ਘੱਲਿਆ ਔਰ ਸਹੀ ਤਰੀਕੇ ਨਾਲ ਖਰਚ ਕਰਕੇ ਨਹੀਂ ਆਇਆ, ਅਗਲੀ ਵਾਰ ਤੁਸੀਂ ਫਿਰ 10 ਘੱਲੋਗੇ, ਫਿਰ ਨਹੀਂ ਸਹੀ ਤਰ੍ਹਾਂ ਖਰਚ ਕਰ ਗਿਆ, ਫਿਰ ਤੁਸੀਂ 5 ਦੇ ਕੇ ਘੱਲੋਗੇ, ਸਹੀ ਖਰਚ ਕਰ ਗਿਆ, ਤੁਸੀਂ ਸਮਝੋਗੇ ਅਜੇ ਇਹ 5 ਰੁਪਈਆਂ ਨੂੰ ਸਮਝਦਾ ਹੈ। ਫਿਰ ਉਹਨੂੰ 10 ਦੇ ਕੇ ਘੱਲੋਗੇ, ਸਹੀ ਖਰਚ ਕਰ ਗਿਆ, ਤੁਸੀਂ ਸਮਝੋਗੇ ਹੁਣ ਮੇਰਾ ਬੱਚਾ 10 ਰੁਪਈਆਂ ਨੂੰ ਕਿੱਦਾਂ ਵਰਤਣਾ ਸਮਝਦਾ ਹੈ। ਹੌਲੀ ਹੌਲੀ ਉਹਨੂੰ 50, ਠੀਕ ਹੈ, ਹੌਲੀ ਹੌਲੀ ਫਿਰ ਉਹਨੂੰ 100 ਰੁਪਈਆ ਦੇ ਕੇ, ਪਹਿਲੇ ਦਿਨ ਉਹਨੂੰ 2000 ਦਾ ਨੋਟ ਫੜਾ ਕੇ ਨਹੀਂ ਕਹਿੰਦੇ ਲੈ ਕਿਲੋ ਖੰਡ ਲੈ ਗਿਆ, ਉਹ ਜਾ ਕੇ ਕਹਿੰਦਾ ਆ ਖੰਡ ਦੇ ਦਿਓ। ਦੁਕਾਨ ਵਾਲਾ ਕੋਈ ਚਲਾਕ ਹੋਇਆ ਤੇ 2000 ਦਾ ਨੋਟ ਰੱਖ ਕੇ ਤੇ ਖੰਡ ਦੇ ਦੇਣੀ। ਸ਼ੈਤਾਨ ਬੜਾ ਚਲਾਕ ਜੀ, ਤੁਹਾਡੀਆਂ ਆਸ਼ੀਸ਼ਾਂ ਖੋਣਾ ਚਾਹੁੰਦਾ। ਅਗਰ ਤੁਹਾਨੂੰ ਅੱਜ ਕੋਈ ਸ਼ਰਮਿੰਦਾ ਕਰ ਰਿਹਾ ਹੈ ਤੇ ਉਸ ਗੱਲ ਨੂੰ ਸੀਰੀਅਸਲੀ ਲਓ ਔਰ ਪ੍ਰਾਰਥਨਾ ਦੇ ਵਿੱਚ ਹੋ ਜਾਓ। ਨਿਨਵਾ ਸ਼ਹਿਰ ਦੇ ਲੋਕਾਂ ਨੇ ਦੁਆ ਕੀਤੀ, ਰੋਜ਼ਾ ਰੱਖਿਆ, ਖੁਦਾ ਨੇ ਉਹਨਾਂ ਨੂੰ ਨਾਸ਼ ਨਹੀਂ ਕੀਤਾ। ਸਾਰੇ ਯਹੂਦੀ ਲੋਕ ਇੱਕੇ ਦਿਨ ਮਾਰੇ ਜਾਣੇ ਸੀ। ਰਾਣੀ ਅਸਤਰ ਨੇ ਕਿਹਾ ਮੈਂ ਵੀ ਰੋਜ਼ਾ ਰੱਖ ਕੇ ਦੁਆ ਕਰਦੀ ਹਾਂ, ਤੁਸੀਂ ਵੀ ਸਾਰੇ ਰੋਜ਼ਾ ਰੱਖ ਕੇ ਦੁਆ ਕਰੋ, ਸਾਰੇ ਲੋਕ ਬਚ ਗਏ। ਬੋਲੋ ਹਾਲੇਲੂਇਆ, ਹਾਲੇਲੂਇਆ। ਐਵੇਂ ਕਦੀ ਕਿਸੇ ਦਾ ਦਰਵਾਜ਼ਾ ਭੰਨ ਮੇਰੀ ਮਦਦ ਕਰ ਦੇ, ਕਦੀ ਕਿਸੇ ਦਾ ਦਰਵਾਜ਼ਾ ਭੰਨ ਮੇਰੀ ਮਦਦ ਕਰ ਦੇ, ਕਦੀ ਕਿਸੇ ਅੱਗੇ ਹੱਥ ਅੱਡ ਮੇਰੀ ਮਦਦ ਕਰ ਦੇ। ਬਸ ਕਰੋ, ਖੁਦਾ ਦੇ ਅੱਗੇ ਜਾਓ। ਅੱਖਾਂ ਨੂੰ ਬੰਦ ਕਰੀਏ ਸਾਰੇ।